KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ 'ਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ। ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਤੁਸੀਂ ਬਿੱਟਾ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ। ਇੱਕ ਖਬਰ ਸੀ ਕਿ ਸ਼ਿਵ ਸੈਨਾ ਦੇ ਲੀਡਰ ਨੂੰ ਅਰੈਸਟ ਕੀਤਾ ਗਿਆ। ਇੱਕ ਪਾਸੇ ਤਾਂ ਉਸ ਨੂੰ ਸਿਕਿਉਰਿਟੀ ਮਿਲੀ ਹੋਈ ਆ ਤੇ ਦੂਸਰੇ ਪਾਸੇ ਅਰੈਸਟ ਕੀਤਾ ਗਿਆ, ਤਾਂ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਆ। ਇਸ ਖਬਰ ਬਾਰੇ ਵੈਸੇ ਤੁਸੀਂ ਕੀ ਸੋਚਦੇ ਹੋ? ਸਮਝ ਲਓ ਕਿ ਡਾਕੂ ਥਾਣੇਦਾਰ ਆ ਜੀ ਬਿਲਕੁਲ ਸਹੀ। ਜੇ ਤੁਸੀਂ ਹਿੰਦੁਸਤਾਨ ਦੀ ਪਾਲਿਸੀ ਦੇਖਦੇ ਆ ਨਾ, ਹੋਮ ਮਿਨਿਸਟਰ ਨੂੰ ਕਈ ਵਾਰ ਸਵਾਲ ਪੁੱਛਦੇ ਆ ਉਹ ਪਾਰਲੀਮੈਂਟ ਦੇ ਵਿੱਚ ਕਿ ਸਿਕਿਉਰਿਟੀ ਕਿਹਨੂੰ ਮਿਲਦੀ ਹੈ, ਉਹ ਹਮੇਸ਼ਾ ਹੀ ਇਹ ਜਵਾਬ ਦਿੰਦੇ ਆ ਕਿ ਅਸੀਂ ਡਿਸਾਈਡ ਨਹੀਂ ਕਰਦੇ, ਅਸੀਂ ਫੈਸਲਾ ਨਹੀਂ ਕਰਦੇ ਕਿਹਨੂੰ ਸਿਕਿਉਰਿਟੀ ਮਿਲਣੀ ਆ ਕਿਹਨੂੰ ਨਹੀਂ ਮਿਲਣੀ। ਉਹਨਾਂ ਦਾ ਅਫੀਸ਼ੀਅਲ ਜਵਾਬ ਇਹ ਹੈ ਕਿ ਇੰਟੈਲੀਜੈਂਸ ਏਜੰਸੀਜ਼ ਤੇ ਜਿਹੜੀਆਂ ਸਾਡੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਆ, ਪੁਲਿਸ ਤੇ ਜਸੂਸੀ ਵਿਭਾਗ, ਉਹ ਫੈਸਲਾ ਕਰਦੇ ਕਿ ਕਿਸ ਵਿਅਕਤੀ ਨੂੰ ਕੋਈ ਖਤਰਾ ਹੈ। ਅੱਛਾ, ਹੁਣ ਦੂਸਰੇ ਪਾਸੇ ਆ ਜਾਓ। ਭਗਵੰਤ ਮਾਨ ਨੇ ਪਹਿਲਾਂ ਹੀ ਜਦੋਂ CM ਬਣੇ ਹੀ ਆ, ਉਹਨਾਂ ਨੇ 122 MPs ਪੁਰਾਣੇ ਤੇ ਸਾਬਕਾ MLAs ਦੀ ਸਿਕਿਉਰਿਟੀ ਖਤਮ ਕੀਤੀ। ਹੁਣ ਇਹ ਤਾਂ ਨਾ ਸਿਕਿਉਰਿਟੀ ਆਫਿਸਰ ਹੈ ਨਾ ਇੰਟੈਲੀਜੈਂਸ ਆਫਿਸਰ। ਹਾਂਜੀ, ਇਹਦਾ ਮਤਲਬ ਪੋਲੀਟੀਸ਼ੀਅਨ ਡਿਸਾਈਡ ਕਰਦੇ। ਜੀ ਬਿਲਕੁਲ। ਪਾਰਲੀਮੈਂਟ ਦੇ ਵਿੱਚ ਉਹ ਝੂਠ ਬੋਲਦੇ ਆ ਇਹ ਕਹਿ ਕੇ ਕਿ ਅਸੀਂ ਨਹੀਂ ਡਿਸਾਈਡ ਕਰਦੇ, ਅਸੀਂ ਨਹੀਂ ਫੈਸਲਾ ਕਰਦੇ। ਇਹ ਸਾਰੇ ਹੀ ਦੇਸ਼ਾਂ ਦੇ ਵਿੱਚ ਹੈਗਾ ਕਿ ਜੇ ਤੁਹਾਨੂੰ ਆਪਣੀ ਡਿਊਟੀ ਪਰਫਾਰਮ ਕਰਦੇ ਹੋਏ ਕਿਸੇ ਗੱਲ ਤੋਂ ਖਤਰਾ ਹੈ, ਫਾਰ ਐਗਜ਼ਾਮਪਲ ਕੋਈ ਇੱਕ ਸਿਕਿਉਰਿਟੀ ਦੀ ਬਟਾਲੀਅਨ ਭੇਜੀ ਆ, ਕੋਈ ਡਿਵੀਜ਼ਨ ਭੇਜੀ ਆ, ਉਹਨਾਂ ਨੇ ਕਿਸੇ ਨੂੰ ਕਿਸੇ ਜਿਹੜੀ ਇਨਸਰਜੈਂਸੀ ਆ ਉਹਨੂੰ ਦਬਾਉਣਾ ਆ, ਉਹ ਹੋ ਸਕਦਾ ਉਸ ਬੰਦੇ ਨੂੰ ਟਾਰਗੇਟ ਕਰਨ। ਫਿਰ ਬਾਅਦ ਦੇ ਵਿੱਚ ਕਿਸੇ ਜੱਜ ਨੇ ਕਿਸੇ ਦੇ ਖਿਲਾਫ ਫੈਸਲਾ ਕਰ ਦਿੱਤਾ, ਹੋ ਸਕਦਾ ਉਹ ਉਹਨੂੰ ਟਾਰਗੇਟ ਕਰਨ। ਹਾਂਜੀ, ਪੋਲੀਟੀਕਲ ਬੰਦਿਆਂ ਨੂੰ ਵੀ ਕਈ ਵਾਰ ਉਹ ਡਿਸੀਜਨਸ ਲੈਣੀਆਂ ਪੈਂਦੀਆਂ ਜਿਹੜੀਆਂ ਪਾਪੂਲਰ ਨਹੀਂ ਹੁੰਦੀਆਂ। ਇਹ ਤਾਂ ਹੈਗੀ ਨੈਸੈਸਿਟੀ। ਇੱਕ ਹੈਗੀ ਆ ਸਾਡੇ ਕਿ ਹਰੇਕ ਬੰਦਾ ਚਾਹੁੰਦਾ ਕਿ ਬਾਕੀਆਂ ਨਾਲੋਂ ਹੁਣ ਮੈਂ ਕੁਛ ਕਰਦਾ ਤਾਂ ਹੈ ਨਹੀਂ। ਜਿੱਦਾਂ ਇਹ ਸ਼ਿਵ ਸੈਨਾ ਦੇ ਲੀਡਰ ਸੀ, ਲੀਡਰ ਕਿੰਨੇ ਕੁ ਬੰਦੇ ਉੱਥੇ ਸ਼ਿਵ ਸੈਨਾ ਦੇ ਪੰਜਾਬ ਦੇ ਵਿੱਚ ਉਂਗਲਾਂ ਤੇ ਗਿਣ ਜੋਗੇ ਆ। ਔਰ ਇਹ ਇੱਕ ਤਰੀਕਾ ਬਣ ਚੁੱਕਾ ਹਿੰਦੁਸਤਾਨ ਦੇ ਵਿੱਚ ਕਿ ਤੁਸੀਂ ਸਿਕਿਉਰਿਟੀ ਲੈਣੀ ਹੈ ਤੇ ਕੋਈ ਇੱਦਾਂ ਦਾ ਕੰਮ ਕਰੋ ਜਿਹੜੇ ਨਾਲ ਸਰਕਾਰ ਵੀ, ਸਟੇਟ ਵੀ ਜਿਹਦੇ ਨਾਲ ਸਹਿਮਤ ਹੈ। ਤੁਸੀਂ ਇੱਦਾਂ ਦੀ ਇਸ਼ੂ ਲੈਣੀ ਹੈ ਜਿਹਦੇ ਤੇ ਸਟੇਟ ਵੀ ਸਹਿਮਤ ਹੈ, ਤਾਂ ਉਹ ਤੇ ਫਿਰ ਕੋਈ ਨਾ ਕੋਈ ਬਿਆਨਬਾਜ਼ੀ ਇੱਦਾਂ ਦੀ ਕਰਨੀ ਆ ਵੀ ਤੁਹਾਡੇ ਲੋਕੀ ਇੱਟਾਂ ਮਾਰਨ, ਤੁਹਾਡੇ ਕਈ ਤਾਂ ਲੋਕੀ ਗੋਲੀਆਂ ਮਰਾਉਂਦੇ ਆ। ਗੋਲੀ ਆਪਣੇ ਨਹੀਂ ਮਰਾਉਣੀ, ਮਤਲਬ ਭਾਵੇਂ ਤੁਹਾਡੀ ਕਾਰ 'ਚ ਹੀ ਲੱਗੇ, ਸਿਕਿਉਰਿਟੀ ਲੈਣ ਲਈ ਕਹਿਣਾ ਦੇਖੋ ਜੀ ਮੇਰੇ ਤਾਂ ਗੋਲੀਆਂ ਚਲਾਤੀਆਂ। ਉਹਦੀ ਰਿਪੋਰਟ ਭੇਜਣੀ ਪੈਂਦੀ ਉਹਨਾਂ ਨੂੰ, ਇਹਨੂੰ ਸਿਕਿਉਰਿਟੀ ਕਿਉਂ ਦੇ ਰਹੇ ਤੁਸੀਂ। ਅਕਸਰ ਜਿਹੜੇ ਬਹੁਤ ਹੀ ਵੱਡੇ ਲੀਡਰ ਆ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ, ਉਹਨਾਂ ਦੇ ਕੋਲ ਕੁਝ ਬੰਦੇ ਤਾਂ ਇੱਦਾਂ ਦੇ ਆਏ ਹੁੰਦੇ ਆ ਜਿਹੜੇ ਮਿਹਨਤਾਂ ਕਰਦੇ ਆ, ਸਾਨੂੰ 2 ਹੀ ਬੰਦੇ ਦੇ ਦਿਓ ਜੀ, 3 ਬੰਦੇ ਦੇ ਦਿਓ, 1 ਬੰਦਾ ਦੇ ਦਿਓ। ਮਤਲਬ ਆਪਣੀ ਜਨ ਜੀਵਨ ਦੇ ਵਿੱਚ, ਨੋਰਮਲ ਲਾਈਫ ਦੇ ਵਿੱਚ ਸਿਕਿਉਰਿਟੀ ਸਾਨੂੰ ਹਿੰਦੁਸਤਾਨ ਦੇ ਵਿੱਚ ਆਮ ਲੋਕਾਂ ਨੂੰ ਹੈ ਨਹੀਂ। ਤੁਹਾਨੂੰ ਗੁਆਂਢੀ ਤੰਗ ਕਰ ਦਿੰਦੇ ਆ, ਤੁਹਾਨੂੰ ਪੁਲਿਸ ਵਾਲਿਆਂ ਨੇ ਦੇਖੋ ਸਦਾ ਹੀ ਨਾਕੇ ਲਾਏ ਹੁੰਦੇ ਆ। ਇਹ ਸਮਝ ਨਹੀਂ ਆਉਂਦੀ ਕਿ ਨਾਕਾ ਲਾਉਣਾ ਇੱਥੇ ਲਾਉਂਦੇ ਆ, ਕ੍ਰਿਸਮਸ ਨੂੰ ਲਾਉਂਦੇ ਆ, ਕੋਈ ਸ਼ਰਾਬ ਪੀ ਕੇ ਤਾਂ ਨਹੀਂ ਜਾਂਦਾ। ਚਲੋ ਉਹਦਾ ਮਕਸਦ ਆ, ਚੈੱਕ ਕਰਦੇ ਆ ਵੀ ਸ਼ਰਾਬ ਪੀ ਕੇ ਜਾਂਦਾ ਜਾਂ ਨਹੀਂ ਜਾਂਦਾ। ਹੁਣ ਇੱਕ ਥਾਣੇਦਾਰ ਨੇ ਸੋਚ ਲਿਆ ਵੀ 4 ਵਜੇ ਤਾਈਂ ਕੋਈ ਗਾਹਕ ਨਹੀਂ ਆਏ, ਹਾਲੇ ਬੋਤਲ ਕਿੱਥੋਂ ਲਿਆਉਣੀ ਆ ਤੇ ਮੁਰਗਾ ਕਿੱਥੋਂ ਲਿਆਉਣਾ, ਚਲੋ ਜਾ ਕੇ ਨਾਕਾ ਲਾ ਲਈਏ। ਸਾਰਿਆਂ ਦੇ ਤੁਸੀਂ ਇਲਾਕੇ ਦੇ ਵਿੱਚ ਜਾ ਕੇ ਦੇਖੋ, ਜਗ੍ਹਾ ਜਗ੍ਹਾ ਤੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਨਾਕੇ ਲਾਏ ਹੁੰਦੇ ਆ। ਕਿਉਂ ਲਾਏ? ਹਰੇਕ ਬੰਦੇ ਨੂੰ ਰੋਕਦੇ ਹੋ।
ਜਿਹੜੇ ਬੰਦੇ ਦੇ ਕੋਲ ਸਿਕਿਉਰਿਟੀ ਆ ਉਹਨੂੰ ਕੋਈ ਨਹੀਂ ਰੋਕਦਾ। ਹੋ ਸਕਦਾ ਉਹ ਸਮਗਲਰ ਹੋਵੇ। ਹਾਂਜੀ। ਜੇ ਡਰੱਗ ਟ੍ਰੇਡ ਕਰਦੇ ਆ ਬਹੁਤੇ ਤਾਂ ਇਹਨਾਂ ਦੇ ਵਿੱਚੋਂ ਪੋਲੀਟੀਸ਼ੀਅਨ ਹੀ। ਵੈਸੇ ਡਾਕਟਰ ਸਾਹਿਬ ਨਾਕਾ ਤਾਂ ਪਬਲਿਕ ਸੇਫਟੀ ਦੇ ਲਈ ਉਹ ਲਾਇਆ ਜਾਣਾ ਚਾਹੀਦਾ ਨਾ, ਪਰ ਪਬਲਿਕ ਨੂੰ ਤੰਗ ਕਰਨ ਲਈ ਗੱਲ ਲਾਇਆ ਜਾਂਦਾ ਵੈਸੇ। ਹਾਂਜੀ, ਮੈਂ ਆਹੀ ਗੱਲ ਤੇ ਆਉਣ ਲੱਗੀ ਸੀ ਵੀ ਇੱਥੇ ਤੁਹਾਡੀ ਗੱਲ ਸੁਣਨ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਪਬਲਿਕ ਸੇਫਟੀ ਲਈ ਨਹੀਂ, ਪਬਲਿਕ ਨੂੰ ਤੰਗ ਕਰਨ ਦੇ ਲਈ ਉਹ ਲਾਉਂਦੇ ਆ। ਤੰਗ ਕਰਨ ਲਈ ਲਾਉਂਦੇ। ਦੇਖੋ ਫਿਰ ਇੱਕ ਜਿਹੜਾ ਬੰਦਾ ਸਿਕਿਉਰਿਟੀ ਆ ਜਿਹਦੇ ਕੋਲ, ਇੱਕ ਤਾਂ ਨਾਕਿਆਂ ਤੋਂ ਬਚਦਾ, ਦੂਸਰਾ ਕੋਈ ਗੁਆਂਢੀ ਤੰਗ ਨਹੀਂ ਕਰਦਾ, ਉਹਨਾਂ ਦਾ ਕੁੱਕੜ ਨਹੀਂ ਚੱਕਣ ਆਉਂਦਾ। ਫਿਰ ਉਹਨਾਂ ਨੂੰ ਸਰਕਾਰੀ ਦਰਬਾਰੇ ਜਦੋਂ ਜਾਂਦੇ ਨੇ, ਹੁਣ SDM ਦੇ ਤੁਸੀਂ ਦੇਖਿਓ ਜਾ ਕੇ ਦਫ਼ਤਰ ਦੇ ਵਿੱਚ, ਤਹਿਸੀਲ ਦੇ ਜਾ ਕੇ ਦੇਖ ਲਓ, 50 ਬੰਦੇ ਖੜੇ ਹੁੰਦੇ ਬਾਹਰ। ਜਿਹੜਾ ਸਿਕਿਉਰਿਟੀ ਵਾਲਾ ਬੰਦਾ ਗਨਮੈਨ ਲੈ ਕੇ ਜਾਂਦਾ ਨਾਲ, ਉਹ ਸਿੱਧਾ ਹੀ ਜਾਂਦਾ ਅੰਦਰ। ਉਹ VIP ਆ, ਉਹਦੀ ਮਸ਼ਹੂਰੀ ਆ, ਲੋਕੀ ਆਪ ਹੀ ਜਗ੍ਹਾ ਦੇ ਦਿੰਦੇ। ਇਹ ਨਹੀਂ ਪੁੱਛਦੇ ਵੀ ਤੂੰ ਕੀ ਕਰਨ ਚੱਲਿਆ ਭਾਈ, ਅਸੀਂ ਵੀ ਇੱਥੇ ਲਾਈਨ 'ਚ ਖੜੇ ਆ। ਹਾਂਜੀ। ਉਹ ਡਰਦੇ, ਉਹ ਵੀ ਚੁੱਪ ਕਰ ਜਾਂਦੇ ਆ ਵੀ ਇਹ ਸਿਕਿਉਰਿਟੀ ਵਾਲਾ ਹੈ, ਕੋਈ ਖਾਸ ਹੀ ਬੰਦਾ ਹੋਣਾ। ਤੇ ਉਦਾਂ ਦੇ ਮੋਰੇ ਅਫਸਰ ਆ, ਉਹ ਵੀ ਸਮਝਦੇ ਨੇ ਕਿ ਸਿਕਿਉਰਿਟੀ ਮਿਲੀ ਆ, ਇਹਦਾ ਕੋਈ ਖਾਸ ਰੁਤਬਾ ਹੋਣਾ। ਮਤਲਬ ਕਿ ਉਹਨਾਂ ਨੂੰ VIP ਟ੍ਰੀਟਮੈਂਟ ਹਰ ਜਗ੍ਹਾ ਤੇ ਮਿਲਦਾ, ਹਰ ਜਗ੍ਹਾ ਤੇ ਮਿਲਦੀ। ਜੇ ਉਹ ਕਿਤੇ ਭਾਵੇਂ ਸਿਨੇਮਾ ਹੀ ਦੇਖਣ ਗਏ ਹੁਣ, ਉਹਨਾਂ ਨੂੰ ਸੀਟਾਂ ਮੋਰੇ ਮਿਲ ਜਾਂਦੀਆਂ ਹਰ ਇੱਕ ਐਸਪੈਕਟ ਆਫ ਲਾਈਫ। ਦੂਸਰਾ ਇਹਦੇ ਨਾਲ ਪ੍ਰੈਸਟੀਜ ਜੁੜੀ ਹੈ। ਹਾਂਜੀ। ਇੱਕ ਜੇ ਕਿਸੇ ਨੂੰ ਨਹੀਂ ਵੀ ਖਤਰਾ ਨਾ, ਜੇ ਕਿਸੇ ਨੂੰ ਕੋਈ ਲੋੜ ਨਹੀਂ ਹੈ ਕੋਈ ਸਿਕਿਉਰਿਟੀ ਦੀ, ਉਹ ਸਮਝਦਾ ਵੀ 4 ਗਨਮੈਨ ਨਾ ਹੋਣ ਮੇਰੇ ਨਾਲ ਤਾਂ ਫੇਰ ਤਾਂ ਕੋਈ ਮੇਰਾ ਰੁਤਬਾ ਹੀ ਨਹੀਂ ਹੈ। ਤੁਹਾਡਾ ਰੁਤਬਾ ਇਸ ਗੱਲ ਨਾਲ ਜਾਣਿਆ ਜਾਂਦਾ, ਜੇ ਤੁਹਾਡੇ ਨਾਲ 25-30 ਜਾਣੇ ਗਨਮੈਨ ਤੁਰੇ ਫਿਰਦੇ ਆ ਨਾ, ਉਹਨਾਂ ਦਾ ਜ਼ਿਆਦਾ ਰੁਤਬਾ ਹੈ। ਜਿੰਨੇ ਘੱਟ ਆ ਉਹਨਾਂ ਦਾ ਘੱਟ ਰੁਤਬਾ ਹੈ। ਮਤਲਬ ਪ੍ਰੈਸਟੀਜ ਇਸ਼ੂ ਆ ਜਾਂਦਾ, ਪ੍ਰੈਸਟੀਜ ਇਸ਼ੂ ਬਣ ਜਾਂਦੀ ਹੈ। ਹੁਣ ਇਹਨਾਂ ਦੀ ਸਿਕਿਉਰਿਟੀ ਜਿਹੜੀ ਬੰਦ ਕਰਤੀ 122 ਬੰਦਿਆਂ ਦੀ, ਉਹ ਕੀ ਕਰਦੇ ਹੋਣੇ? ਉਹਨਾਂ ਨੂੰ ਕੁਝ ਹੋਇਆ ਤਾਂ ਹੈ ਨਹੀਂ, ਇਹਦਾ ਮਤਲਬ ਲੋੜ ਨਹੀਂ ਸੀ ਇਹਨਾਂ ਦੀ, ਵੈਸੇ ਹੀ ਦਿੱਤੇ ਹੋਏ ਸੀ, ਵੈਸੇ ਹੀ ਦਿੱਤੇ ਹੋਏ, ਲਏ ਹੋਏ ਸੀ ਕਹਿ ਲਓ। ਇਹ ਦਿੰਦੇ ਨਹੀਂ ਹੈ ਬਹੁਤੀ ਵਾਰੀ, ਇਹਨਾਂ ਦੇ ਬਹੁਤ ਬੰਦੇ ਜਿਹੜੇ ਆ ਉਹ ਲੈਂਦੇ ਆ, ਉਹ ਲੀਡਰਸ ਨੂੰ ਜਾ ਕੇ ਉਹਨਾਂ ਤੋਂ ਰਿਕੁਐਸਟ ਕਰਦੇ ਆ, SSP ਦੇ ਕੋਲ ਜਾ ਕੇ ਰਿਕੁਐਸਟ ਕਰਦੇ ਕਿ ਉਹਨਾਂ ਨੂੰ 2 ਬੰਦੇ ਦੇ ਦਿਓ, ਆਹ ਦੇ ਦਿਓ। ਸਿਕਿਉਰਿਟੀ ਸਾਡੇ ਕੋਲ ਹੋਣੀ ਚਾਹੀਦੀ ਆ। ਫਿਰ UP ਦੇ ਵਿੱਚ ਮੈਂ ਦੇਖਿਆ ਆ, ਆਪਣੇ ਪੰਜਾਬ 'ਚ ਘੱਟ ਆ, ਪੰਜਾਬ ਦੇ ਵਿੱਚ ਵੈਸੇ ਸਿਕਿਉਰਿਟੀ ਹੈਗੀ ਆ ਜਿਹੜੇ ਸਿਵਿਲੀਅਨ ਆ, ਹਾਂਜੀ, ਜਿਹੜੇ ਪੁਲਿਸ ਵਾਲੇ ਨਹੀਂ ਆ, ਪੈਰਾਮਿਲਟਰੀ ਨਹੀਂ ਆ, ਪਰ ਉਹ ਬੰਦੇ ਪ੍ਰਾਈਵੇਟ ਸਿਕਿਉਰਿਟੀ ਲੈ ਕੇ ਫਿਰਦੇ ਆ। ਉਹਨਾਂ ਨੂੰ ਲਾਇਸੈਂਸ ਮਿਲੇ ਹੋਏ, ਲਾਇਸੈਂਸ ਵੀ ਸੈਮੀ ਆਟੋਮੈਟਿਕ ਗੰਨਾਂ ਦੇ ਆ। ਉਹਨਾਂ ਦੇ ਨਾਲ ਗੁੰਡੇ ਫਿਰਦੇ, ਉਹ ਸਮਝ ਲਓ ਗੁੰਡਾ ਟੋਲਾ ਫਿਰਦਾ ਹੁੰਦਾ ਉਹਨਾਂ ਦੇ ਨਾਲ। ਸੋ ਇਹ ਇੱਕ ਸਿਕਿਉਰਿਟੀ। ਦੂਸਰੇ ਪਾਸੇ ਦੇਖੋ, ਜਿਹੜਾ ਵੀ ਬੰਦਾ ਕੋਈ ਨਾ ਕੋਈ ਲਾਅ ਐਂਡ ਆਰਡਰ ਲਈ ਪ੍ਰੋਬਲਮ ਪੇਸ਼ ਕਰ ਸਕਦਾ ਪੰਜਾਬ ਦੇ ਵਿੱਚ, ਉਹਨੂੰ ਸਿਕਿਉਰਿਟੀ ਦਿੱਤੀ ਹੈ। ਜਿਹੜੇ ਬੰਦੇ ਅੰਦਰ ਹੋਣੇ ਚਾਹੀਦੇ ਉਹਨਾਂ ਦੇ ਕੋਲ ਸਿਕਿਉਰਿਟੀ ਹੈ। ਹਾਂਜੀ। ਇਹ ਆ ਜਿਹੜਾ ਸ਼ਿਵ ਸੈਨਾ ਦਾ ਲੀਡਰ, ਉਹਨੂੰ ਸ਼ਿਵ ਸੈਨਾ ਤੋਂ ਬਾਹਰ ਕੱਢਤਾ ਵੈਸੇ, ਜਿਹੜਾ ਚੋਰੀਆਂ ਕਰਦਾ ਫਿਰਦਾ, ਮਤਲਬ 4 ਬੰਦੇ ਨਾਲ ਉਹਦੇ ਨਾਲ ਪੈਰਾਮਿਲਟਰੀ ਫੋਰਸ ਲਾਈ ਹੈ ਉਹਦੇ ਨਾਲ, ਤੇ ਉਹ ਕਰਦਾ ਫਿਰਦਾ ਚੋਰੀਆਂ, ਤੇ ਉਹਨੂੰ ਅੰਦਰ ਕਰਨ ਦੀ ਬਜਾਏ ਉਹਨੂੰ ਸਿਕਿਉਰਿਟੀ ਦਿੱਤੀ ਹੈ। ਹੁਣ ਅੱਗੇ ਗੱਲ ਹੁੰਦੀ ਸੀ ਪੰਜਾਬ ਦੇ ਵਿੱਚ ਇੱਕ ਹੋਰ ਸੌਖੀ, ਹੁਣ ਵੀ ਕਰਦੇ ਆ, ਹੁਣ ਲੋਕਾਂ ਨੇ ਥੋੜਾ ਜਿਹਾ ਸਬਕ ਸਿੱਖਿਆ ਹੈ, ਪਰ ਫੇਰ ਵੀ ਲੋਕ ਲੜਦੇ ਕਰਕੇ ਤਾਂ ਲੜਾਉਂਦੇ ਆ। ਜੇ ਲੋਕਾਂ ਨੂੰ ਇੰਨੀ ਅਕਲ ਹੋਵੇ, 2 ਧਿਰਾਂ ਦੀ, ਹੁਣ ਚੀਫ ਮਿਨਿਸਟਰ ਨੇ ਸਾਡੇ ਬਿਆਨ ਦੇ ਦਿੱਤਾ, ਉਹ ਏਦਾਂ ਲੱਗਦਾ ਵੀ ਆਇਨਸਟਾਈਨ ਬੋਲਿਆ ਹੁੰਦਾ। 2 ਧਿਰਾਂ ਦੇ ਵਿਚਕਾਰ ਜੀ ਲੜਾਈ ਹੋਈ ਆ ਉੱਥੇ, 2 ਧਿਰਾਂ ਦੇ ਵਿਚਕਾਰ ਹੀ ਲੜਾਈ ਹੁੰਦੀ ਹੈ। ਹਾਂਜੀ, ਇਕੱਲਾ ਬੰਦਾ ਦਾ ਸੰਗਰੂਰ ਦੇ ਵਿੱਚ ਇੱਕ ਹੀ ਧਿਰ ਲੜਦੀ ਹੈ। ਕਦੇ ਸੋਚਿਆ? ਇਹ ਸੋਚ ਕੇ ਬਿਆਨ ਦੇਣ ਦੀ ਲੋੜ ਹੁੰਦੀ ਹੈ। ਹਾਂਜੀ। ਤੇ 2 ਧਿਰਾਂ ਦੇ ਵਿੱਚ ਲੜਾਈ ਹੋਈ ਆ। ਇੱਕ ਧਿਰ ਹੋ ਸਕਦਾ ਇੱਕ ਫਿਰਕੇ ਨੂੰ, ਇੱਕ ਧਰਮ ਨੂੰ ਨੁਮਾਇੰਦਗੀ ਕਰਦੀ ਹੋਵੇ, ਦੂਸਰੀ ਹੋ ਸਕਦਾ ਕਿਸੇ ਹੋਰ ਧਰਮ ਨੂੰ ਨੁਮਾਇੰਦਗੀ ਕਰਦੀ ਹੋਵੇ। ਹਾਂਜੀ। ਤੁਸੀਂ ਇਹ ਗੱਲ ਮੰਨਦੇ ਆ ਫਿਰ ਕਿ 2 ਧਿਰਾਂ ਦੇ ਵਿਚਕਾਰ ਲੜਾਈ ਹੋਈ ਹੈ? ਜੀ। ਇਹ ਕਹਿਣ ਦੀ ਬਜਾਏ ਕਿ 2 ਗੁੰਡਿਆਂ ਦੇ ਵਿਚਕਾਰ ਲੜਾਈ ਹੋਈ ਹੈ। ਜੀ। ਜਿਹੜੇ ਕਿ ਲੋਕਾਂ ਦਾ ਲਾਅ ਐਂਡ ਆਰਡਰ ਉੱਥੇ ਭੰਗ ਕਰਦੇ ਆ, ਲੋਕਾਂ ਦੇ ਵਿੱਚ ਲੜਾਈ ਪਾਉਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਆਹ ਤਾਂ ਗੱਲ ਠੀਕ ਹੈ। ਆਹ ਕੀ ਗੱਲ ਹੈ ਵੀ 2 ਧਿਰਾਂ ਦੇ ਵਿੱਚ ਲੜਾਈ ਹੋਈ ਹੈ? ਦੱਸ, ਹੋਰ ਦੱਸੋ ਕਿ ਕਿੰਨੀਆਂ ਧਿਰਾਂ 'ਚ ਲੜਾਈ ਹੁੰਦੀ? ਡਾਕਟਰ ਸਾਹਿਬ ਇਸੇ ਲਈ ਤਾਂ ਕਹਿੰਦੇ ਸ਼ਬਦਾਂ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਜਿੱਦਾਂ ਅਸੀਂ ਇੱਥੇ ਦੀ ਗੱਲ ਕਰਦੇ ਸੀ, ਲੋਕਾਂ ਨੇ ਮੈਨੂੰ ਕਿਹਾ ਵੀ ਮੈਂ ਮੇਅਰ ਲਈ ਖੜਾ,
हाँ जी ਲੋਕੀ ਤਾਂ ਬਹੁਤ ਕੁਝ ਕਹਿੰਦੇ ਆ। ਪਤਾ ਜੇ ਕਿਸੇ ਨੇ ਕੋਈ ਗੱਲ ਆਪ ਕਹਿਣੀ ਹੋਵੇ ਬੰਦਾ ਆਪ ਕਹਿ ਨਾ ਸਕੇ ਫਿਰ ਉਹ ਪਤਾ ਕੀ ਕਹਿਣ ਲੱਗ ਜਾਂਦੇ ਆ ਲੋਕ ਕਹਿੰਦੇ ਆ ਜਦੋਂ ਨੂੰ ਪੁੱਛੋ ਵੀ ਚਲੋ ਲੋਕ ਤਾਂ ਕਹਿੰਦੇ ਹੁਣੇ ਤੁਹਾਨੂੰ ਤਾਂ ਕਿਸੇ ਇੱਕੋ ਹੀ ਬੰਦੇ ਨੇ ਆ ਕੇ ਕਿਹਾ ਤੁਸੀਂ ਉਸ ਬੰਦੇ ਦਾ ਨਾਂ ਦੱਸ ਦਿਓ ਉਸ ਬੰਦੇ ਦਾ ਨਾਂ ਨਹੀਂ ਦੱਸਣਗੇ ਕਹਿਣਗੇ ਲੋਕ ਕਹਿੰਦੇ ਆ ਸਾਰੇ ਜਣੇ ਗੱਲਾਂ ਕਰਦੇ ਕੌਣ ਗੱਲਾਂ ਕਰਦਾ ਇੱਕ ਬੰਦੇ ਦਾ ਨਾਂ ਤਾਂ ਦੱਸੋ ਹੁਣ ਸਾਰਿਆਂ ਨੇ ਤਾਂ ਗਰੁੱਪ ਬਣਾ ਕੇ ਸਾਨੂੰ ਦੱਸਿਆ ਨਹੀਂ ਹੋਣਾ। ਵਾਕਿਆ ਹੀ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗਟ ਦੇ ਨਾਲ। ਡਾਕਟਰ ਸਾਹਿਬ ਖਬਰਾਂ ਦਾ ਸਿਲਸਿਲਾ ਜੋ ਹੈ ਇਹਨੂੰ ਜਾਰੀ ਰੱਖਦੇ ਹੋਏ ਜਿਹੜੀ ਅਗਲੀ ਖਬਰ ਹੈ ਦਾ ਸਬੰਧ ਹੈਗਾ BCJ ਨਾਲ। BC ਦੇ ਵਿੱਚ ਪੁਲਿਸਿੰਗ 'ਚ ਸੁਧਾਰ ਕਰਨ ਲਈ ਇੱਕ ਜਿਹੜੀ ਸਪੈਸ਼ਲ ਕਮੇਟੀ ਬਣੀ ਹੋਈ ਆ ਹੁਣ ਉਹਨਾਂ ਨੇ ਸਿਫਾਰਿਸ਼ ਕੀਤੀ ਹੈਗੀ ਆ ਕਿ ਪ੍ਰੋਵਿੰਸ ਦੇ ਵਿੱਚ ਪੁਲਿਸਿੰਗ ਹੀ ਹੋਣੀ ਚਾਹੀਦੀ ਹੈ ਤੇ RCMP ਨੂੰ ਹਟਾ ਦਿੱਤਾ ਜਾਣਾ ਚਾਹੀਦਾ। ਇਸ ਖਬਰ ਬਾਰੇ ਤੁਸੀਂ ਸੋਚਦੇ ਕੀ ਹੋ? ਇਹ ਕਮੇਟੀ ਬਣਾਈ ਸੀ ਉਸ ਵੇਲੇ ਜਦੋਂ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਇਸ਼ੂ ਲਿਆਂਦੀ ਨਾ ਪੁਲਿਸਿੰਗ ਦੀ। ਹਾਂਜੀ। ਕਿ ਪੁਲਿਸਿੰਗ ਜਿਹੜੀ ਆ ਉਹ ਆਮ ਲਾਅ ਐਂਡ ਆਰਡਰ ਲਈ ਰੱਖਦੀ ਉਹਦੇ ਵਿੱਚ ਰੇਸਿਜ਼ਮ ਬੜਾ ਆ ਉਹਨਾਂ ਉਹ ਗੱਲਾਂ ਕਰਦੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਮੈਂਟਲ ਹੈਲਥ ਵਰਕਰਸ ਹੁੰਦੇ ਨਾਲ ਹੋਣੇ ਚਾਹੀਦੇ ਆ। ਕੋਈ ਬੰਦਾ ਮੈਂਟਲ ਹੁੰਦਾ ਉਹ ਐਕਚੁਅਲੀ ਤਾਂ ਲਾਅ ਐਂਡ ਆਰਡਰ ਲਈ ਪ੍ਰੋਬਲਮ ਨਹੀਂ ਆ ਵੈਸੇ ਉਹ ਬੰਦਾ ਮੈਂਟਲ ਇਸ਼ੂ ਕਰਕੇ ਕੋਈ ਗੜਬੜ ਕਰ ਰਿਹਾ ਤਾਂ ਇਹ ਜਾ ਕੇ ਉਹਨੂੰ ਸ਼ੂਟ ਕਰ ਦਿੰਦੇ ਤੇ ਉਹਦੇ ਇਸ਼ੂ ਤੇ ਫਿਰ ਇਹਨਾਂ ਨੇ ਕਮੇਟੀ ਬਣਾਈ ਸੀ ਲੈਜਿਸਲੇਟਿਵ ਕਮੇਟੀ ਤੇ ਉਹਦੀਆਂ ਦੋ ਗੱਲਾਂ ਸਾਹਮਣੇ ਆਈਆਂ ਸਾਡੇ। ਇੱਕ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਸਾਰੀਆਂ ਪੁਲਿਸ ਫੋਰਸਸ ਦੇ ਵਿੱਚ ਸਿਸਟੈਮਿਕ ਰੇਸਿਜ਼ਮ ਹੈ। ਹਾਂਜੀ। ਉਹਨਾਂ ਦੀਆਂ ਸੰਸਥਾਵਾਂ ਦੇ ਵਿੱਚ ਹੁਣ ਇਹ ਅੱਜ ਦਾ ਨਹੀਂ ਹੈ ਜਦੋਂ ਸ਼ੁਰੂ ਕੀਤੀਆਂ ਗਈਆਂ ਪੁਲਿਸ ਫੋਰਸਸ ਉਦੋਂ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦਾ ਰਵੱਈਆ ਹੁੰਦਾ ਸੀ ਉਹ ਯੂਨੀਅਨ ਦੇ ਖਿਲਾਫ ਦੂਸਰਾ ਨੇਟਿਵ ਲੋਕਾਂ ਦੇ ਖਿਲਾਫ ਫਿਰ ਤੀਸਰਾ ਨਾਲ ਕਹਿ ਲਓ ਕਿ ਇਮੀਗ੍ਰੈਂਟਸ ਨੂੰ ਫੜ ਕੇ ਪੁਲਿਸ ਵਾਲੇ ਜਿਹੜਾ ਡੀਪੋਰਟੇਸ਼ਨ ਹੁੰਦੀ ਸੀ ਇਹਨਾਂ ਦੀ ਜੌਬ ਹੁੰਦੀ ਸੀ ਤੇ ਤੁਸੀਂ ਫੈਡਰਲ ਸਰਕਾਰ ਦਾ ਜਿਹੜਾ ਉਹਨਾਂ ਨੇ ਪਹਿਲਾਂ ਦੇਖਿਆ ਇਮੀਗ੍ਰੇਸ਼ਨ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਸੀ। ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਆਫਿਸਰਸ ਦੀ ਜਿਹੜੀ ਮੈਂਟਲ ਫਰੇਮਵਰਕ ਹੈ ਉਹ ਹੋਰ ਤਰ੍ਹਾਂ ਦੀ ਸੀ ਕਿਉਂਕਿ ਉਹਨਾਂ ਨੂੰ ਫੰਡ ਜਿਹੜੇ ਉਹ ਬੰਦੇ ਡੀਪੋਰਟ ਕਰਾਉਣੇ ਪੈਂਦੇ ਸੀ ਉਹ ਖੁਦ ਹੀ ਫੰਡ ਜਾਂਦੇ ਹੁੰਦੇ ਸੀ ਤੇ ਖੁਦ ਹੀ ਉਹਨਾਂ ਨੂੰ ਡਿਪੋਰਟ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਇਹਨਾਂ ਨੇ CBSA ਕ੍ਰੀਏਟ ਕੀਤੀ ਤੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਨੂੰ ਕਿਹਾ ਕਿ ਤੁਸੀਂ ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਤਾਂ ਸਿਟੀਜ਼ਨਸ਼ਿਪ ਦਾ ਕੰਮ ਆ ਉੱਥੇ ਤਾਂ ਸੀਮਿਤ ਰੱਖਿਆ ਕਰੋ ਜਿਹੜੇ ਬੰਦਿਆਂ ਨੂੰ ਫੜਨਾ ਆ ਉਹਨਾਂ ਨੂੰ ਬਾਹਰ ਕੱਢਣਾ ਆ ਡੀਪੋਰਟ ਕਰਨਾ ਆ ਉਹ CBSA ਦਾ ਕੰਮ ਹੈ। ਹੁਣ CBSA ਆਪਣੇ ਕੰਮ ਲਈ ਪੁਲਿਸ ਨੂੰ ਇਹ ਇਸਤੇਮਾਲ ਕਰਦੀ ਹੈ ਉਹਨਾਂ ਨੂੰ ਸੱਦਦੇ ਆ। ਹੁਣ ਪੁਲਿਸ ਦੇ ਮਨ ਦੇ ਵਿੱਚ ਸਿਸਟਮ ਦੇ ਮਨ ਦੇ ਵਿੱਚ ਆ ਜਾਂਦਾ ਕਿ ਆਹ ਜਿਹੜੇ ਇਮੀਗ੍ਰੈਂਟਸ ਆ ਇਹ ਕੋਈ ਹੋਰ ਬੰਦੇ ਆ ਅਦਰ ਆ ਇਹ ਕੈਨੇਡੀਅਨ ਨਹੀਂ ਭਾਵੇਂ ਅਸੀਂ ਇੱਥੇ ਵੀ ਰਹਿੰਦੇ ਹੋਈਏ। ਹਾਂਜੀ। ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਇਹ ਬਾਹਰਲੇ ਬੰਦੇ ਆ। ਇੱਕ ਤਾਂ ਇਹ ਸੋਰਸ ਬਣ ਜਾਂਦਾ ਕਿ ਸਿਸਟੈਮਿਕ ਰੇਸਿਜ਼ਮ ਇਹਨਾਂ ਦੇ ਖਿਲਾਫ ਚੱਲੀ ਜਾਣਾ। ਹਾਂਜੀ। ਦੂਸਰਾ ਉਹਨਾਂ ਦੇ ਖਿਲਾਫ ਜਦੋਂ RCMP ਵੀ ਜਦੋਂ ਪਹਿਲਾਂ ਬਣਾਈ ਸੀ ਜਦੋਂ ਨਾਰਥ ਵੈਸਟ ਫਰੰਟੀਅਰ ਪੁਲਿਸ ਹੁੰਦੀ ਸੀ ਇਹ ਪੈਰਾਮਿਲਟਰੀ ਫੋਰਸ ਸੀ ਐਕਚੁਅਲੀ ਇਹਨੂੰ ਬਣਾਇਆ ਹੀ ਇਸ ਕਰਕੇ ਗਿਆ ਸੀ ਕਿ ਜਿਹੜੇ ਇਸ ਏਰੀਏ ਦੇ ਵਿੱਚ ਸਾਡੇ ਨਾਰਥ ਵੈਸਟ ਦੇ ਵਿੱਚ ਰਿਬੈਲੀਅਨ ਹੁੰਦੇ ਸੀ ਫਰਸਟ ਨੇਸ਼ਨਸ ਦੇ ਨੇਟਿਵਸ ਦੇ ਉਹਨਾਂ ਨੂੰ ਦਬਾਉਣ ਲਈ। ਹੁਣ ਜੇ ਤੁਸੀਂ ਇੱਕ ਫੋਰਸ ਕ੍ਰੀਏਟ ਕਰਦੇ ਆ ਉਹਨਾਂ ਲੋਕਾਂ ਨੂੰ ਦਬਾਉਣ ਲਈ ਤੇ ਉਹ ਨੈਚੁਰਲੀ ਤੁਹਾਨੂੰ ਮਨ ਦੇ ਵਿੱਚ ਤਾਂ ਉਹਨਾਂ ਦੇ ਭਰਨਾ ਹੀ ਪੈਂਦਾ ਜਿੰਨੀਆਂ ਪਾਲਿਸੀਜ਼ ਹੋਣੀਆਂ ਉਹਨਾਂ ਦੇ ਖਿਲਾਫ ਹੋਣੀਆਂ ਤੇ ਉਹ ਅੱਜ ਤਾਈਂ ਜਿਹੜਾ ਉਹਨਾਂ ਦਾ ਰਵੱਈਆ ਆ ਉਹ ਨਹੀਂ ਬਦਲਿਆ। ਪਾਲਿਸੀਜ਼ ਬਦਲ ਗਈਆਂ ਹੋਣਗੀਆਂ ਫੈਡਰਲ ਲੈਵਲ ਤੇ ਪ੍ਰੋਵਿੰਸ਼ੀਅਲ ਲੈਵਲ ਤੇ ਪਰ ਉਹ ਜਿਹੜਾ ਰਵੱਈਆ ਆ ਸਿਸਟੈਮੈਟਿਕ ਜਿਹੜਾ ਕੰਮ ਕਰਦੇ ਆ ਉਹ ਜਿੱਦਾਂ ਉਹ ਨਹੀਂ ਬਦਲਿਆ ਉਹਨਾਂ ਦਾ ਉਹ ਸੇਮ ਹੀ ਆ। ਦੂਸਰੀ ਗੱਲ ਜਿਹੜੀ ਆ ਪ੍ਰੋਵਿੰਸ਼ਲੀ ਇਹ ਆਰਗੂਮੈਂਟ ਦਿੰਦੇ ਆ ਕਿ ਦੇਖੋ ਅਸੀਂ ਬੈਟਰ ਕੋਆਰਡੀਨੇਸ਼ਨ ਦੇ ਸਕਦੇ ਆ ਸਾਰੀਆਂ ਵੱਖ-ਵੱਖ ਪੁਲਿਸ ਫੋਰਸਸ ਨੂੰ ਜਿਹੜੀਆਂ ਸਿਟੀਜ਼ ਨੇ ਕੰਟਰੋਲ ਕੀਤੀਆਂ ਆ ਜੇ ਅਸੀਂ ਪ੍ਰੋਵਿੰਸ਼ੀਅਲ ਪੁਲਿਸ ਬਣਾਈਏ ਤਾਂ ਅੰਟੇਰੀਓ ਦੇ ਕੋਲ ਪ੍ਰੋਵਿੰਸ਼ੀਅਲ ਪੁਲਿਸ ਹੈ ਕਿਬੈਕ ਦੇ ਕੋਲ ਪ੍ਰੋਵਿੰਸ਼ੀਅਲ ਪੁਲਿਸ ਹੈ BC ਤੀਸਰਾ ਵੱਡਾ ਸੂਬਾ ਆ ਜੀ ਬਿਲਕੁਲ ਕੈਨੇਡਾ ਦੇ ਵਿੱਚ ਤੇ ਇਹ ਵੀ ਚਾਹੁੰਦੇ ਕਿ ਸਾਡੀ ਪ੍ਰੋਵਿੰਸ਼ੀਅਲ ਪੁਲਿਸ ਹੋਣੀ ਚਾਹੀਦੀ ਹੈ। ਹੁਣ ਇਹਦਾ ਇੱਕ ਸਿੱਧਾ ਅਸਰ ਪੈਂਦਾ ਜਿਹੜਾ ਪੁਲਿਸ ਨੂੰ ਕੰਟਰੋਲ ਕਰਦਾ ਆ
ਜਿੱਦਾਂ ਫੈਡਰਲ ਸਰਕਾਰ ਉਹਨੂੰ ਕੰਟਰੋਲ ਕਰਦੀ ਹੈ RCMP ਨੂੰ, ਵੈਸੇ ਤਾਂ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਪਰ ਇਹਨਾਂ ਤੇ ਕਈ ਵਾਰੀ ਦਬਾਅ ਪੈ ਜਾਂਦਾ, ਕਿਉਂਕਿ ਉੱਪਰਲੇ ਅਫਸਰ ਜਿਹੜੇ ਜਵਾਬ ਦਿੰਦੇ ਆ ਮਿਨਿਸਟਰਸ ਨੂੰ, ਉਹਨਾਂ ਦੇ ਥੋੜ੍ਹਾ ਦਬਾਅ ਪੈ ਜਾਂਦਾ ਵੀ ਛੱਡ ਪਰੇ। ਹੁਣ ਪ੍ਰਾਈਮ ਮਿਨਿਸਟਰ ਦੀ ਗੱਲ ਆਈ ਸੀ ਕਿ ਇਹ ਆਗਾ ਖਾਨ ਨੂੰ ਮਿਲ ਕੇ ਆਏ ਨਾ। ਜੀ ਬਿਲਕੁਲ, ਆਗਾ ਖਾਨ ਨੂੰ ਮਿਲ ਕੇ ਆਇਆ ਤਾਂ ਐਥਿਕਸ ਕਮਿਸ਼ਨਰ ਨੇ ਉਹ ਇਨਵੈਸਟੀਗੇਸ਼ਨ ਕੀਤੀ। ਹੁਣ ਜਿਹੜਾ ਐਕਸੈਸ ਟੂ ਇਨਫੋਰਮੇਸ਼ਨ ਐਕਟ ਆ, ਉਹਦੇ ਵਿੱਚ ਨਿਕਲਿਆ ਕਿ ਇੱਕ ਜ਼ਮਾਨੇ ਦੇ ਵਿੱਚ ਜਦੋਂ ਐਥਿਕਸ ਕਮਿਸ਼ਨਰ ਉਹ ਇਨਵੈਸਟੀਗੇਸ਼ਨ ਕਰ ਰਿਹਾ ਸੀ, ਉਦੋਂ RCMP ਨੇ ਕੰਸੀਡਰ ਕੀਤਾ ਕਿ ਪ੍ਰਾਈਮ ਮਿਨਿਸਟਰ ਦੇ ਖਿਲਾਫ ਕ੍ਰਿਮੀਨਲ ਚਾਰਜ ਲਾਉਣਾ ਚਾਹੀਦਾ। ਹਾਂਜੀ, ਪਰ ਉਹਨਾਂ ਨੇ ਲਾਇਆ ਨਹੀਂ, ਪੂਰੀ ਇਨਵੈਸਟੀਗੇਸ਼ਨ ਉਹਨਾਂ ਨੇ ਕੀਤੀ ਨਹੀਂ। ਇਹਦਾ ਮਤਲਬ ਕਿਤੇ ਨਾ ਕਿਤੇ ਦਬਾਅ ਪੈਂਦਾ ਆ। ਹਾਂਜੀ ਬਿਲਕੁਲ, ਉਹ ਚਾਹੇ ਡਾਇਰੈਕਟਲੀ ਪਵੇ ਚਾਹੇ ਇਨਡਾਇਰੈਕਟਲੀ ਆਫੀਸਰ ਸੋਚਣ ਕਿ ਜਿਹੜਾ ਬੰਦਾ ਕੰਟਰੋਲ ਕਰਦਾ ਆ ਉਹਦਾ ਦਬਾਅ ਤਾਂ ਹੈ। ਪ੍ਰੋਵਿੰਸ਼ਲੀ ਇਹਨਾਂ ਦੇ ਮਨ ਦੇ ਵਿੱਚ ਹੈ ਕਿ ਜਿਹੜੇ ਪ੍ਰੀਮੀਅਰ ਨੇ ਜੋ ਕੁਝ ਕਿਹਾ ਜਾਂ ਪ੍ਰੋਵਿੰਸ਼ੀਅਲ ਮਿਨਿਸਟਰਸ ਨੇ ਜੋ ਕੁਝ ਕਿਹਾ, ਉਹਦਾ ਜੇ ਪ੍ਰੋਵਿੰਸ਼ੀਅਲ ਪੁਲਿਸ ਹੋਊਗੀ ਉਹ ਤੇ ਜ਼ਿਆਦਾ ਲਾਗੂ ਹੋਊਗਾ, RCMP ਤੇ ਨਹੀਂ ਹੁੰਦਾ। RCMP ਜਿਹੜੀ ਫੈਡਰਲੀ ਕੰਟਰੋਲਡ ਹੈ। ਹੁਣ ਉਹਦਾ ਫਾਈਨੈਂਸ਼ੀਅਲ ਫਾਇਦਾ ਇਹ ਹੁੰਦਾ ਜਿਹੜਾ RCMP ਦੇ ਹੱਕ ਦੇ ਵਿੱਚ ਜਾਂਦਾ ਹੈ, 10% ਜਿਹੜੀ ਇਹਨਾਂ ਦੀ ਵੇਜ ਆ, ਸੈਲਰੀ ਆ, ਉਹ ਫੈਡਰਲ ਗਵਰਨਮੈਂਟ ਦਿੰਦੀ ਹੈ। ਹਾਂਜੀ, ਤੇ ਜੇ ਪ੍ਰੋਵਿੰਸ਼ੀਅਲ ਪੁਲਿਸ ਫੋਰਸ ਲਿਆਂਦੀ ਜਾਵੇ, ਜਿੱਦਾਂ ਸਾਡੇ ਸਰੀ ਪੁਲਿਸ ਦੀ ਗੱਲ ਕਰਦੇ ਆ, ਹਾਂਜੀ, ਤਾਂ ਉਹ ਸਾਰਾ ਭਾਰ ਫਿਰ ਪ੍ਰੋਵਿੰਸ਼ੀਅਲ ਸਰਕਾਰ ਤੇ ਪੈਣਾ। ਜੀ, ਹੁਣ ਕੋਆਰਡੀਨੇਸ਼ਨ ਜੇ ਗੱਲ ਕਰਦੇ ਆ, ਕੋਆਰਡੀਨੇਸ਼ਨ ਸਾਡੀ ਇੱਥੇ ਵਧੀਆ ਹੋਊਗੀ। ਹੁਣ RCMP ਦੇ ਹੱਕ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਉਹ ਕੋਆਰਡੀਨੇਸ਼ਨ ਫਿਰ ਨੈਸ਼ਨਲ ਤੌਰ ਤੇ ਕਰਦੇ ਆ, ਸਾਰੇ 10 ਸੂਬਿਆਂ ਤੇ 3 ਟੈਰੀਟਰੀ ਦੇ ਵਿੱਚ ਜੋ ਵੀ ਹੁੰਦਾ ਹੈ ਆਪਣੀ ਇੱਕ ਫੋਰਸ ਆ, ਇਸ ਕਰਕੇ ਉਹ ਕੰਟਰੋਲ ਕਰ ਸਕਦੇ ਆ। ਹਾਂਜੀ, ਸੋ ਇਹਨੂੰ ਦੋਏ ਪਾਰਟੀਆਂ ਵੈਸੇ ਇਸ ਕਮੇਟੀ ਦੇ ਵਿੱਚ ਸੀਗੀਆਂ, ਕੀ ਉਹ ਲਾਗੂ ਕਰਦੇ ਜਾਂ ਨਹੀਂ ਕਰਦੇ ਇਹ ਦੇਖਾਂਗੇ ਅੱਗੇ ਜਾ। ਜੀ, ਉਹਨਾਂ ਨੇ ਯੂਨੈਨਿਮਸਲੀ ਆਪਣੀ ਜਿਹੜੀ ਸਹਿਮਤੀ ਉਹ ਪ੍ਰਗਟਾਈ ਹੈ। ਵੈਸੇ ਤਾਂ ਜਿਵੇਂ ਤੁਸੀਂ ਕਿਹਾ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਕਿਉਂਕਿ ਸਾਰੇ ਜਾਣੇ ਸਹਿਮਤ ਹੋ ਗਏ। ਉਹ ਫਿਰ ਦੂਸਰੇ ਵੀ ਸੋਚਦੇ ਹੋਣੇ ਨਾ, BC ਲਿਬਰਲ ਇਹ ਵੀ ਸਾਡੇ ਥੱਲੇ ਵੀ ਕੰਮ ਕਰਨਗੇ। ਹਾਂਜੀ ਬਿਲਕੁਲ, ਇਸੇ ਕਰਕੇ ਤਾਂ ਸਾਰਿਆਂ ਨੇ ਸਹਿਮਤੀ ਪ੍ਰਗਟਾਤੀ ਆ। ਤੇ ਡਾਕਟਰ ਸਾਹਿਬ ਹੁਣ ਦੇਖੋ ਵੀ ਕੈਵਿਨ ਫਾਲਕਨ ਜੋ ਹੈਗੇ ਆ ਉਹ ਜਿੱਤ ਗਿਆ ਬਾਈ ਇਲੈਕਸ਼ਨ। ਹੁਣ ਉਹਨਾਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਹੈਗੀਆਂ ਨੇ, ਕੀ ਸੋਚਦੇ ਹੋ? ਕੈਵਿਨ ਫਾਲਕਨ, ਤੁਸੀਂ ਇੱਕ ਸ਼ਬਦ ਅਸੀਂ ਫਰੇਜ਼ ਯੂਜ਼ ਕਰਦੇ ਹੁੰਦੇ ਹਾਂ ਕਿ ਓਲਡ ਵਾਈਨ ਨਿਊ ਬੋਟਲ। ਹਾਂਜੀ, ਤੇ ਇਹ ਉਸ ਹਕੂਮਤ ਦੇ ਨਾਲ ਇਹਨਾਂ ਦਾ ਨਾਂ ਜੁੜਿਆ ਆ ਜਿਨ੍ਹਾਂ ਨੇ 2001 ਤੋਂ 2017 ਤੱਕ ਕੰਮ ਇੱਥੇ ਰਾਜ ਕੀਤਾ। ਹਾਂਜੀ, ਇਹ ਵੱਖ-ਵੱਖ ਅਹੁਦਿਆਂ ਤੇ ਰਹੇ, ਪਹਿਲਾਂ ਮਿਨਿਸਟਰ ਰਹੇ, ਫਿਰ ਡਿਪਟੀ ਪ੍ਰੀਮੀਅਰ ਰਹੇ। ਇਹਨਾਂ ਨੇ ਫਾਈਨੈਂਸ ਮਿਨਿਸਟਰੀ, ਵਿੱਤ ਮੰਤਰੀ ਵੀ ਰਹੇ ਆ। ਉਸ ਵੇਲੇ ਇਹਨਾਂ ਨੇ ਹੈਲਥ ਬਜਟ ਜਿਹੜਾ ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ। ਬਹੁਤੀਆਂ ਗੱਲਾਂ ਜਿਹੜੀਆਂ ਕੀਤੀਆਂ, ਜਿੱਦਾਂ ਸਰੀ ਦੇ ਵਿੱਚ ਹਸਪਤਾਲ ਬਣਾਉਣਾ ਸੀ, ਇਹਦੇ ਜ਼ਮੀਨ ਲਈ ਸੀ ਪਹਿਲਾਂ ਦੀ, ਇਹਨਾਂ ਨੇ ਵੇਚ ਦਿੱਤੀ। ਇਹਨਾਂ ਨੂੰ ਪੈਨੀ ਪਿੰਚਰ ਵੀ ਕਿਹਾ ਜਾਂਦਾ ਨਾ। ਇਹਨਾਂ ਨੇ ਉੱਠ ਕੇ ਉਹ ਜ਼ਮੀਨ ਹੀ ਵੇਚ ਦਿੱਤੀ। ਹਾਂਜੀ, ਨਾ ਉਹ ਜ਼ਮੀਨ ਹੋਊਗੀ ਤਾਂ ਹਸਪਤਾਲ ਬਣੂਗਾ। ਜੀ ਜੀ। ਸੋ ਇੱਕ ਪਾਸੇ ਤਾਂ ਇਹ ਗੱਲ ਬਣਦੀ ਹੈ ਕਿ ਆਪੋਜੀਸ਼ਨ ਲੀਡਰ ਹੋਵੇ ਤੇ ਉਹ ਆਪਣੀ ਪਾਰਟੀ ਦੇ ਨਾਲ ਕੋਆਰਡੀਨੇਸ਼ਨ ਹੁੰਦੀ ਹੈ ਤੇ ਸਰਕਾਰ ਦੀ ਆਲੋਚਨਾ ਹੁੰਦੀ ਹੈ। ਹਾਂਜੀ, ਹੁਣ ਤਕਰੀਬਨ ਪਿਛਲੇ ਸਾਲ 1.5 ਸਾਲ ਤੋਂ ਇਹਨਾਂ ਦੀ ਕੋਈ ਆਲੋਚਨਾ ਨਹੀਂ ਸੀ, ਜੋ ਮਰਜ਼ੀ ਕਰਦੇ ਸੀ। ਹਾਂਜੀ, ਚਾਈਨਾ ਵਾਂਗੂ ਹੀ ਸੀ ਇੱਥੇ। ਜੀ ਜੀ, ਪ੍ਰੀਮੀਅਰ ਜੋ ਮਰਜ਼ੀ ਕਰ ਲੈਣ ਇੱਥੇ। ਹੁਣ ਆਪੋਜੀਸ਼ਨ ਆਊਗੀ। ਆਪੋਜੀਸ਼ਨ ਜਿਹੜੀ ਹੈ, ਇੱਕ ਤਾਂ ਹਾਊਸਿੰਗ ਇਸ਼ੂ ਆ ਨੰਬਰ 1 ਯੈਸ। ਦੂਸਰੀ ਹੈਗੀ ਹੈ ਜਿਹੜੇ ਹਰ ਇੱਕ ਬੰਦਾ ਹੁਣ ਕਹਿੰਦਾ ਹੈ ਏਡਰੀਅਨ ਡਿਕਸ ਤੋਂ ਬਿਨਾਂ ਕਿ ਹੈਲਥ ਕ੍ਰਾਈਸਿਸ ਸਾਡੇ ਬਹੁਤ ਗੰਭੀਰ ਹੈ। ਹਾਂਜੀ, ਲੋਕਾਂ ਕੋਲੇ ਫੈਮਿਲੀ ਡਾਕਟਰਸ ਹੀ ਨਹੀਂ, ਲੋਕਾਂ ਤੋਂ ਫੈਮਿਲੀ ਡਾਕਟਰ ਨਹੀਂ, ਹਸਪਤਾਲ ਕੰਮ ਨਹੀਂ ਠੀਕ ਕਰਦੇ। ਇੱਕ ਪੈਂਡੈਮਿਕ ਆਉਣ ਦੇ ਨਾਲ ਹੀ ਇਹਨਾਂ ਦਾ ਸਾਰਾ ਹੈਲਥ ਕੇਅਰ ਸਿਸਟਮ ਕੋਲੈਪਸ ਹੋ ਗਿਆ। ਹਾਂਜੀ, ਓਵਰਡੋਜ਼ ਕ੍ਰਾਈਸਿਸ ਵੀ ਆ ਡਾਕਟਰ ਸਾਹਿਬ। ਓਵਰਡੋਜ਼ ਕ੍ਰਾਈਸਿਸ ਆ, ਦੇਖੋ ਕਿੰਨੇ 6 ਬੰਦੇ ਰੋਜ਼ ਮਰ ਜਾਂਦੇ ਆ। ਹਾਂਜੀ, ਇੱਥੇ
ਕਿੰਨੀ ਗੰਭੀਰ ਸਮੱਸਿਆ ਬਹੁਤ ਗੰਭੀਰ ਹੈ। ਹੁਣ ਇਹਨਾਂ ਦੇ ਵਿੱਚ ਕੈਵਨ ਫਾਲਕਨ ਦੇ ਕੋਲ ਕੀ ਨਵਾਂ ਆ, ਇਹ ਦੇਖਣ ਵਾਲੀ ਗੱਲ ਹੈ। ਸੌਖੀ ਆਲੋਚਨਾ ਪ੍ਰੀਮੀਅਰ ਲਈ ਇਹਨਾਂ ਦੀ ਇਹ ਆ ਕਿ ਇਹ ਵੀ ਤਾਂ ਉਸ ਸਰਕਾਰ ਦਾ ਹਿੱਸਾ ਸੀ ਜਿਨ੍ਹਾਂ ਨੇ ਸਾਰੀਆਂ ਕੱਟਬੈਕਸ ਕੀਤੀਆਂ, ਜਿਨ੍ਹਾਂ ਨੇ ਸਾਡੀ ਐਜੂਕੇਸ਼ਨ ਖਰਾਬ ਕਰਕੇ ਰੱਖ ਦਿੱਤੀ, ਜਿਨ੍ਹਾਂ ਨੇ ਸਾਡਾ ਹੈਲਥ ਕੇਅਰ ਖਰਾਬ ਕਰਕੇ ਰੱਖ ਦਿੱਤਾ, ਜਿਨ੍ਹਾਂ ਦੇ ਦੌਰਾਨ ਤੇ ਇਹ ਮੌਤਾਂ ਸ਼ੁਰੂ ਹੋਈਆਂ ਜਿਹੜੀਆਂ ਓਵਰਡੋਜ਼ ਦੀਆਂ, ਤੇ ਇਹਨਾਂ ਦੇ ਸਮੇਂ ਤੇ ਸਾਡਾ ਹਾਊਸਿੰਗ ਕ੍ਰਾਈਸਿਸ ਸ਼ੁਰੂ ਹੋਇਆ। ਸੋ ਬਾਂਸ ਤਾਂ ਬੋਲੇ ਬੰਸਰੀ ਜੀ ਬਿਲਕੁਲ। ਹੁਣ ਕੀ ਕਰੇ, ਉਹਨਾਂ ਨੂੰ ਕੀ ਕਹਿ ਸਕਦੇ ਤੁਸੀਂ। ਇਸੇ ਕਰਕੇ ਕਈ ਐਨਾਲਿਸਟ ਇਹ ਸੋਚਦੇ ਆ ਕਿ ਜਿੱਦਾਂ ਕ੍ਰਿਸਟੀ ਕਲਾਰਕ ਆਏ, ਉਸ ਤੋਂ ਬਾਅਦ ਵਿਲਕਨਸਨ ਆਏ, ਫਿਰ ਹੁਣ ਫਾਲਕਨ ਆਏ, ਇਹ ਇੱਕੋ ਹੀ ਰਜੀਮ ਦਾ ਹਿੱਸਾ ਰਹੇ ਆ ਜਿਹੜੇ ਪੁਰਾਣੇ ਸਮੇਂ ਰਾਜ ਕਰ ਚੁੱਕੇ ਆ। ਲੋਕਾਂ ਨੇ ਵਾਰ-ਵਾਰ ਉਹਨਾਂ ਨੂੰ ਰਿਜੈਕਟ ਕੀਤਾ। ਕੀ ਹੁਣ ਉਹ ਅਗਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਰਿਜੈਕਟ ਕਰਨਗੇ ਜਾਂ ਐਕਸੈਪਟ ਕਰਨਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਪੁਰਾਣੇ ਬੇਸਿਸ ਤੇ ਤੁਸੀਂ ਕਹ ਲਓ ਪ੍ਰੈਸੀਡੈਂਟ ਇਹ ਆ ਵੀ ਇਹ ਜਿੱਤਦੇ ਤਾਂ ਨਹੀਂ ਆ ਕਿਉਂਕਿ ਉਹ ਪੁਰਾਣੀ ਵਾਈਨ ਨਹੀਂ ਲਈ ਆਉਂਦੇ ਮੁੜ ਕੇ। ਜੀ ਬਿਲਕੁਲ। ਤੇ ਇਹਨਾਂ ਦੇ ਕੋਲ ਫਾਲਕਨ ਦੇ ਕੋਲ ਵੀ ਕੋਈ ਨਵਾਂ ਸੋਲੂਸ਼ਨ ਤਾਂ ਹੈ ਨਹੀਂ। ਹਾਂਜੀ। ਹਾਊਸਿੰਗ ਕ੍ਰਾਈਸਿਸ ਹੈ, ਹੈਲਥ ਕ੍ਰਾਈਸਿਸ ਹੈ, ਸਾਡਾ ਓਵਰਡੋਜ਼ ਦਾ ਕ੍ਰਾਈਸਿਸ ਹੈ, ਸੋਸ਼ਲ ਇਕਨੋਮਿਕ ਹਾਰਡਸ਼ਿਪਸ ਕਾਫੀ ਜ਼ਿਆਦਾ ਨੇ। ਆ ਪੁਲਿਸ ਦੀਆਂ ਜਿਹੜੀਆਂ ਜਾਤੀਆਂ ਹੋ ਰਹੀਆਂ, ਰੇਸਿਜ਼ਮ ਖਾਸ ਤੌਰ ਤੇ, ਹਾਂਜੀ, ਇਹਨਾਂ ਦੇ ਕੋਲ ਕੋਈ ਜਾਦੂ ਦੀ ਛੜੀ ਹੈਗੀ ਹੈ। ਇਹ ਦੇਖਾਂਗੇ ਹੁਣ ਜਾ ਕੇ ਕੀ ਕਰਦੇ ਉੱਥੇ ਅਸੈਂਬਲੀ ਦੇ ਵਿੱਚ। ਜੀ ਬਿਲਕੁਲ। ਰੁਖ ਕਰਦੇ ਹਾਂ ਅਗਲੀ ਖਬਰ ਵੱਲ। ਡਾਕਟਰ ਸਾਹਿਬ, BC ਸਰਕਾਰ ਨੇ ਸਾਰੀਆਂ ਸਿਟੀਜ਼ ਤੋਂ ਇੱਕ ਰਿਪੋਰਟ ਮੰਗੀ ਸੀ। ਸਭ ਤੋਂ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਇਹ ਦੱਸੋ ਕਿ ਉਹ ਜਿਹੜੀ ਰਿਪੋਰਟ ਸੀ ਉਹ ਹੈ ਕੀ ਸੀ। ਸਿਟੀਜ਼ ਤੋਂ BC ਸਰਕਾਰ ਨੇ ਮੰਗੀ ਸੀ ਵੀ 30 ਅਪ੍ਰੈਲ ਤਾਈਂ ਸਾਨੂੰ ਦੱਸੋ ਕਿ ਕਿੰਨੇ ਘਰ ਚਾਹੀਦੇ ਆ ਤੁਹਾਡੇ ਮੁਤਾਬਕ ਲੋਕਾਂ ਨੂੰ, ਤੇ ਉਹਦੇ ਹਿਸਾਬ ਦੇ ਨਾਲ ਫਿਰ ਤੁਸੀਂ ਪਰਮਿਟ ਦੇਣੇ ਸ਼ੁਰੂ ਕਰੋ। ਪਿੱਛੇ ਤਾਂ ਅਸਲ ਤਾਂ ਕੰਮ ਆ ਕਿਉਂਕਿ ਸਾਰੇ ਇਕਨੋਮਿਸਟ ਇਹ ਦੱਸ ਰਹੇ ਸੀ ਵੀ ਸਪਲਾਈ ਸਾਡੇ ਬਹੁਤ ਘੱਟ ਹੈ। ਹੁਣ ਸਾਰੀ ਰਿਪੋਰਟ ਦੀ ਜੇ ਤੁਸੀਂ 12 ਵੱਡੀਆਂ ਸਿਟੀਜ਼ ਦੇਖਦੇ ਆ, ਉਹਨਾਂ ਨੇ ਕਿਹਾ 12 ਇਹਨਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਰੀ ਵੀ ਆਉਂਦਾ, ਵੈਨਕੂਵਰ ਆਉਂਦਾ, 2.5 ਲੱਖ ਹੋਰ ਘਰ ਚਾਹੀਦਾ ਅਗਲੇ 5 ਸਾਲਾਂ ਦੇ ਵਿੱਚ। ਹਾਂਜੀ। ਹੁਣ ਇੱਕ ਪ੍ਰੋਬਲਮ ਇਹਦੇ ਵਿੱਚ ਇਹ ਆ ਜਾਂਦੀ ਕਿ ਜੇ ਤੁਸੀਂ ਚਲੋ ਸਰਕਾਰਾਂ ਇਕੱਠੀਆਂ ਹੋ ਜਾਣ, ਇਹ ਫਟਾਫਟ ਘਰ ਬਣਾਉਣ ਲੱਗ ਪੈਣ, ਉਹਦੇ ਵਿੱਚ ਇੱਕ ਪ੍ਰੋਬਲਮ ਇਹ ਹੈ ਜਦੋਂ ਤੁਸੀਂ ਬਹੁਤ ਕੰਸਟਰਕਸ਼ਨ ਸ਼ੁਰੂ ਕਰ ਲਓਗੇ ਤਾਂ ਫਿਰ ਇੱਕਦਮ ਜਿਹੜੀ ਕੰਸਟਰਕਸ਼ਨ ਦੀ ਕਾਸਟ ਵੱਧ ਜਾਂਦੀ ਹੈ। ਤੁਸੀਂ ਲੰਬਰ ਲੈਣਾ ਆ ਉਹ ਤਾਂ ਹੋ ਜਾਂਦਾ, ਛੱਤ ਲਵਾਉਣੀ ਆ ਉਹ ਤਾਂ ਨੂੰ ਹੋ ਜਾਂਦੀ ਆ, ਜਿਪਰਕ ਲਵਾਉਣੀ ਆ ਉਹ ਤਾਂ ਨੂੰ ਹੋ ਜਾਂਦੀ ਹੈ। ਸੋ ਜਿਹੜੀ ਚੀਜ਼ ਨੂੰ ਐਕਚੁਅਲੀ ਤੁਸੀਂ ਲੜ ਰਹੇ ਆ, ਤੁਸੀਂ ਚਾਹੁੰਦੇ ਕਿ ਪ੍ਰਾਈਸ ਥੱਲੇ ਨੂੰ ਆਵੇ, ਉਹ ਪ੍ਰਾਈਸ ਐਕਚੁਅਲੀ ਵੱਧ ਜਾਂਦੀ ਹੈ। ਹਾਂਜੀ। ਸੋ ਇਹ ਜਿਹੜੀ ਵੀ ਸਪਲਾਈ ਵੀ ਜਦੋਂ ਕਰਾਉਣੀ ਆ ਉਹ ਵੀ ਹਿਸਾਬ ਕਿਤਾਬ ਦੇ ਨਾਲ ਹੀ ਚਾਹੀਦੀ ਹੈ। ਹੁਣ ਇਸ ਵੇਲੇ ਇੱਕ ਪਾਸੇ ਤਾਂ ਵੈਸੇ ਇੰਟਰਸਟ ਰੇਟ ਵੱਧ ਰਹੇ ਆ ਔਰ ਹੋਰ ਵੱਧ ਰਹੇ ਆ। ਜੀ, ਜੂਨ ਦੇ ਵਿੱਚ ਹੋਰ ਵੱਧ ਜਾਣੇ ਆ। ਉਹਦੇ ਨਾਲ ਕੂਲਿੰਗ ਇਫੈਕਟ ਹੋਇਆ ਥੋੜਾ ਜਿਹਾ। ਹਾਂਜੀ। ਜਿਹੜੀ ਅੱਗੇ ਹੌਟ ਮਾਰਕੀਟ ਸੀ ਨਾ, ਜੀ ਜੀ, ਉਸ ਤਰ੍ਹਾਂ ਨਹੀਂ ਚੱਲ ਰਹੀ ਹੁਣ। ਪਹਿਲਾਂ ਹੁੰਦਾ ਸੀ ਇੱਥੇ ਜਿਹੜੇ ਬੈਂਕਰਜ਼ ਆ ਉਹ ਦੇਖਦੇ ਹੁੰਦੇ ਸੀ ਕਿ ਜੇ ਤੁਸੀਂ $1,00,000 ਬਣਾਉਣੇ ਆ ਤੇ ਤੁਸੀਂ 44,000 ਉਹ ਚੋਂ ਤਕਰੀਬਨ ਆਪਣੀਆਂ ਪੇਮੈਂਟਸ ਲਈ ਵਰਤੋਂਗੇ ਔਨ ਐਵਰੇਜ। ਕਈ ਜ਼ਿਆਦਾ ਦਿੰਦੇ ਸੀ, ਕਈ ਘੱਟ ਦਿੰਦੇ ਸੀ। ਤੇ ਅੱਜ ਕੱਲ੍ਹ ਤੁਸੀਂ ਇਦਾਂ ਕਰ ਨਹੀਂ ਸਕਦੇ ਕਿਉਂਕਿ ਉਸ ਵੇਲੇ ਕੋਈ 2-2.5 ਲੱਖ ਦਾ ਘਰ ਮਿਲ ਜਾਂਦਾ ਸੀ, ਅੱਜ ਕੱਲ੍ਹ 2-2.5 ਮਿਲੀਅਨ ਦਾ ਮਿਲ ਜਾਣਾ। ਹਾਂਜੀ। ਤਾਂ ਉਹਦੇ ਲਈ ਤਾਂ ਪੇਮੈਂਟਸ ਬਹੁਤ ਜ਼ਿਆਦਾ ਦੇਣੀਆਂ ਪੈਂਦੀਆਂ। ਜੀ ਬਿਲਕੁਲ। ਤਾਂ ਇੱਕ ਜ਼ਮਾਨਾ ਆਉਂਦਾ ਸੀ ਜਦੋਂ ਅਸੀਂ ਕਹਿੰਦੇ ਵੀ ਡਿਸਪੋਜ਼ੇਬਲ ਇਨਕਮ ਹੈ ਲੋਕਾਂ ਦੇ ਕੋਲ। ਹੁਣ ਉਹ ਇਨਕਮ ਕਰ ਲਈ ਹੈ, ਉਹਦੇ ਵਿੱਚ ਤੁਸੀਂ ਖਾਣਾ ਲਿਆਉਂਦੇ ਆ, ਉਹਦੇ ਵਿੱਚ ਆਪਣੇ ਕੱਪੜੇ ਲਿਆਉਂਦੇ ਆ, ਉਹਦੇ ਵਿੱਚ ਲੋਕੀ ਐਂਟਰਟੇਨਮੈਂਟ ਵੀ ਦੇਖਦੇ ਸੀ ਕਿ ਕੋਈ ਫਿਲਮ ਦੇਖਣ ਗਿਆ, ਕੋਈ ਸ਼ੋਅ ਦੇਖਣ ਗਿਆ, ਕੋਈ ਟਰੈਵਲ ਵੀ ਕਰਦੇ ਸੀ। ਕਦੇ ਕੋਈ ਹਵਾਈ ਨੂੰ ਗਿਆ, ਕੋਈ ਕੈਲੀਫੋਰਨੀਆ ਨੂੰ ਗਿਆ, ਕੋਈ ਇੰਡੀਆ ਨੂੰ ਗਿਆ, ਕੋਈ ਪਾਕਿਸਤਾਨ ਨੂੰ ਗਿਆ। ਹੁਣ ਉਹ ਜਿਹੜੀ ਡਿਸਪੋਜ਼ੇਬਲ ਇਨਕਮ ਜਿਹੜੀ ਘਟ ਜਾਂਦੀ ਹੈ, ਮਤਲਬ ਤੁਸੀਂ ਆਪਣੀ ਜ਼ਿੰਦਗੀ 'ਚ ਸਿਰਫ ਤੇ ਸਿਰਫ ਇੱਕ ਘਰ ਦੇ ਵਿੱਚ ਰਹਿਣ ਲਈ ਕੰਮ ਕਰ ਰਹੇ ਹੋ।
ਡਿਸਪੋਜ਼ੇਬਲ ਇਨਕਮ ਬਹੁਤ ਘਟ ਗਈ। ਕਈ ਲੋਕੀ ਤਾਂ ਇਹ ਕਹਿ ਰਹੇ ਕਿ ਜੇ ਉਹ ਰੈਂਟ ਦਿੰਦੇ ਜਾਂ ਪੇਮੈਂਟਸ ਦਿੰਦੇ ਆ, ਉਹਨਾਂ ਦੇ ਕੋਲੋਂ ਗਰੋਸਰੀ ਨਹੀਂ ਅਫੋਰਡ ਹੁੰਦੀ। ਇਹ ਇੱਕ ਵੱਡੀ ਗੱਲ ਹੈ ਕਿ ਜੇ ਗਰੋਸਰੀ ਤੁਹਾਡੇ ਤੋਂ ਅਫੋਰਡ ਨਹੀਂ ਹੁੰਦੀ, ਤੁਸੀਂ ਰਹਿਣਾ ਕੀ, ਡਿਸਪੋਜ਼ੇਬਲ ਇਨਕਮ ਕਿੱਥੇ ਪਾਉਣੀ ਹੈ ਜੀ? ਬੇਸਿਕ ਨੈਸੈਸਿਟੀਜ਼ ਹੀ ਨਹੀਂ ਜੇ ਪੂਰੀਆਂ ਹੁੰਦੀਆਂ ਤਾਂ। ਇੱਕ ਸ਼ੋਅ ਹੁੰਦਾ ਸੀ ਇੱਥੇ ਕਾਰਨਰ ਗੈਸ, ਉਹਦੇ ਤੇ ਉਹਨਾਂ ਨੇ ਇੱਕ ਨਵਾਂ ਕਨਸੈਪਟ ਇੰਟਰੋਡਿਊਸ ਕੀਤਾ। ਉਹ ਕਹਿੰਦਾ ਮੈਂ ਜਾਂਦਾ ਤਾਂ ਕਿਤੇ ਵੈਕੇਸ਼ਨ ਤਾਂ ਕਰ ਨਹੀਂ ਜਾਂਦਾ, ਤੇ ਉਹ ਉੱਥੇ ਬਾਹਰ ਬੈਠਾ ਆਪਣੇ ਲਾਨ ਦੇ ਉੱਤੇ, ਉਹਨੂੰ ਕਹਿੰਦਾ ਸਟੇਕੇਸ਼ਨ। ਉੱਥੇ ਬੈਠਾ ਸੋਚ ਰਿਹਾ ਆ ਵੀ ਮੈਂ ਹਵਾਈ 'ਚ ਬੈਠਾ ਆ, ਮੈਂ ਆਪਣੇ ਬੀਚ ਤੇ ਬੈਠਾ ਆ, ਮੈਂ ਇੱਥੇ ਹਵਾ ਵਗ ਰਹੀ ਆ, ਇੱਥੋਂ ਆ ਹੋ ਰਿਹਾ, ਇਮੈਜੀਨੇਸ਼ਨ। ਤਾਂ ਏਦਾਂ ਦਾ ਦਿਨ ਆ ਜਾਣੇ ਆ ਜਦੋਂ ਅਸੀਂ ਪਿੱਛੇ ਬੈਠ ਕੇ ਸੋਚਿਆ ਕਰਾਂਗੇ ਵੀ ਜਲੰਧਰ ਬੈਠੇ ਆ, ਹੁਣ ਕੱਲ ਨੂੰ ਅੰਮ੍ਰਿਤਸਰ ਜਾਣਾ ਆ। ਤੇ ਇਸੇ ਤਰ੍ਹਾਂ ਦੀ ਇਮੈਜੀਨੇਸ਼ਨ ਨਾਲ ਸਟੇਕੇਸ਼ਨ ਹੋਇਆ ਕਰੂਗੀ। ਉਹ ਜ਼ਮਾਨਾ ਚਲਾ ਗਿਆ ਜਦੋਂ ਲੋਕੀ ਕਹਿੰਦੇ ਹੁੰਦੇ ਸੀ ਵੈਕੇਸ਼ਨ ਲਈ ਵੀ ਇੰਨਾ ਸਮਾਂ ਹੋਣਾ ਆ, ਤੁਹਾਡੇ ਤੋਂ ਡਿਸਪੋਜ਼ੇਬਲ ਇਨਕਮ ਹੈਗੀ ਆ, ਤੁਸੀਂ ਫਿਰ ਖਾਣਾ ਪੀਣਾ ਵਧੀਆ ਖਾਂਦੇ ਆ। ਤੇ ਲੋਕੀ ਰੈਸਟੋਰੈਂਟ 'ਚ ਜਾਂਦੇ ਆ, ਤਾਂ ਹੀ ਜਾਂਦੇ ਆ ਕਿਉਂਕਿ ਉਹਨਾਂ ਦੀ ਡਿਸਪੋਜ਼ੇਬਲ ਇਨਕਮ ਹੈ। ਹਾਂਜੀ। ਤੇ ਜੇ ਉਹ ਡਿਸਪੋਜ਼ੇਬਲ ਇਨਕਮ ਹੀ ਹੈ ਨਹੀਂ ਤੇ ਫਿਰ ਤੁਸੀਂ ਰੈਸਟੋਰੈਂਟ ਦੇ ਵਿੱਚ ਕਿੱਥੇ ਜਾਣਾ? ਫਿਰ ਤਾਂ ਉਹੀ ਬੈਠ ਕੇ ਸੋਚ ਹੀ ਸਕਦਾ ਬੰਦਾ ਕਿ ਮੈਂ ਫਿਰ ਇਮੈਜੀਨੇਸ਼ਨ ਨਹੀਂ ਖਾਓਗੇ ਤੁਸੀਂ। ਹਾਂਜੀ। ਬੰਦਾ ਬੈਠਾ ਨਾ, ਉਹ ਕਹਿ ਰਿਹਾ ਉਹਦੀ ਲਾਲਾਂ ਨਿਕਲ ਰਹੀਆਂ। ਉਹ ਬੰਦਾ ਉਹਨੂੰ ਕਹਿੰਦਾ ਕਿ ਤੇਰੇ ਲਾਲਾਂ ਨਿਕਲਦੀਆਂ। ਉਹ ਕਹਿੰਦਾ ਯਾਰ ਮੈਂ ਅਚਾਰ ਦੇ ਨਾਲ, ਗੰਢਿਆਂ ਦੇ ਨਾਲ ਰੋਟੀ ਖਾ ਰਿਹਾ ਸੀ। ਬੰਦਾ ਕਹਿੰਦਾ ਵੀ ਜੇ ਇਮੈਜੀਨੇਸ਼ਨ ਨਾਲ ਹੀ ਖਾਣੀ ਆ ਫਿਰ ਤਾਂ ਮੁਰਗਾ ਖਾ। ਹਾਂਜੀ। ਉਹ ਕਹਿੰਦਾ ਮੁਰਗਾ ਵੀ ਗਰੀਬ ਬੰਦਾ ਸੋਚ ਨਹੀਂ ਸਕਦਾ ਜੀ, ਮੁਰਗਾ ਵੀ ਤਾਂ ਉਹੀ ਸੋਚੂਗਾ ਜਿਹੜਾ ਖਾਂਦਾ ਰਿਹਾ ਹੈ। ਵੈਸੇ ਡਾਕਟਰ ਸਾਹਿਬ ਜੋਕਸ ਅਪਾਰਟ, ਪਰ ਹੈ ਬਹੁਤ ਸੀਰੀਅਸ ਗੱਲ ਜਿਹੜੀ ਤੁਸੀਂ ਸਮਝਾਈ ਆ ਨਾ ਕਿ ਇਮੈਜੀਨੇਸ਼ਨ ਦੇ ਵਿੱਚ ਵੀ ਦੇਖ ਲਓ ਬੰਦਾ ਸੋਚਦਾ ਕਿ ਨਹੀਂ, ਮੈਂ ਮੁਰਗੇ ਬਾਰੇ ਸੋਚ ਵੀ ਨਹੀਂ ਸਕਦਾ ਜੀ। ਸੋ ਡਾਕਟਰ ਸਾਹਿਬ ਹੁਣ ਰੁਕ ਕਰਦੇ ਆ ਜੀ ਆਪਾਂ ਅਗਲੀ ਖਬਰ ਵੱਲ। UEFA ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਰੂਸੀ ਤੇ ਬੇਲਾਰੂਸੀਅਨ ਜਿਹੜੇ ਫੁੱਟਬਾਲਜ਼ ਹੈਗੇ ਆ, ਉਹਨਾਂ ਤੇ ਜਿਹੜੀਆਂ ਪਾਬੰਦੀਆਂ ਲਗਾਈਆਂ ਨੇ ਬਹੁਤ ਜ਼ਿਆਦਾ ਅਫਸੋਸਜਨਕ ਨੇ। ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਾਫੀ ਵੱਡੇ ਸਵਾਲ ਵੀ ਉਠਾਏ ਨੇ। ਇਹਦੇ ਬਾਰੇ ਦੱਸੋ। ਹੁਣ ਇਹ ਇਸ਼ੂ ਬਣ ਗਈ ਹੈ ਕਿ ਕੀ ਅਸੀਂ ਸਪੋਰਟਸ ਨੂੰ ਵੀ ਇੱਕ ਪੋਲਿਟਿਕਸ ਦੇ ਤੌਰ ਤੇ ਵਰਤਣਾ ਹੈ। ਪਹਿਲਾਂ ਵੀ ਕਰਦੇ ਰਹੇ ਆ, ਔਰ ਵੈਸਟਰਨ ਕੰਟਰੀਜ਼ ਖਾਸ ਤੌਰ ਤੇ US, ਕੈਨੇਡਾ 1936 ਦੀਆਂ ਓਲੰਪਿਕਸ ਬਾਰੇ ਗੱਲ ਨਹੀਂ ਕਰਦੇ, ਹਿਟਲਰ ਨੇ ਕਰਾਈਆਂ ਸੀ। ਉਸ ਵੇਲੇ ਸੋਵੀਅਤ ਯੂਨੀਅਨ ਨੇ ਤਾਂ ਹੋਰ ਪ੍ਰੋਗਰੈਸਿਵ ਦੇਸ਼ਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਸੀ ਕਿਉਂਕਿ ਹਿਟਲਰ ਬੰਦੇ ਮਾਰ ਰਿਹਾ ਸੀ। ਸਭ ਤੋਂ ਭਿਆਨਕ ਬੰਦਾ ਉਹੀ ਸੀ, ਡਿਕਟੇਟਰ। ਤੇ ਉਸ ਵੇਲੇ ਵੀ ਲੋਕੀ ਸਮਝਦੇ ਸੀ ਵੀ ਕੋਈ ਗੱਲ ਨਹੀਂ, ਹਿਟਲਰ ਕੰਮ ਕਰ ਰਿਹਾ, ਇਹ ਸਾਰਾ ਕੁਝ ਗਲਤ ਕਰ ਰਿਹਾ ਹੈ। ਪਰ ਫਿਰ ਵੀ ਜਿਹੜੇ ਸਪੋਰਟਸਮੈਨ ਉਹਨਾਂ ਦੇ ਜਰਮਨੀ ਦੇ ਉੱਥੇ ਖੇਲਦੇ ਆ, ਉਹ ਤਾਂ ਨਹੀਂ ਬੰਦੇ ਮਾਰਦੇ ਜੀ, ਉਹ ਤਾਂ ਕੋਈ ਕਮਾਂਡੈਂਟ ਨਹੀਂ ਹੈ, ਉਹ ਤਾਂ ਗੇਮਸ ਖੇਲਦੇ ਆ। ਤਾਂ ਉਹਨਾਂ ਗੇਮਸ ਦੇ ਵਿੱਚ ਹਿਟਲਰ ਨੂੰ ਆਪਣੀਆਂ ਜਿਹੜੀਆਂ ਥਿਊਰੀਜ਼ ਲਿਆਉਂਦਾ ਹੁੰਦਾ ਸੀ ਕਿ ਜਿਹੜੇ ਬਲੂ ਆਈਡ ਏਰੀਅਨਸ ਆ ਇਹ ਸਭ ਤੋਂ ਸੁਪੀਰੀਅਰ ਆ। ਉੱਥੇ 100 ਮੀਟਰ ਦੀ ਰੇਸ ਜਿੱਤਿਆ ਕਾਲਾ, ਤੇ ਜਿਹੜੀ ਹਾਕੀ ਦੀ ਟੀਮ ਜਿੱਤੀ ਸਾਡੀ ਇੰਡੀਆ ਦੀ, ਤੇ ਉਹਦੇ ਨਾਲ ਉਹਨੂੰ ਨਿਰਾਸ਼ਾ ਵੀ ਹੋਈ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਹਾਕੀ ਇੱਕ ਬਹੁਤ ਵਧੀਆ ਗੇਮ ਮੰਨੀ ਜਾਂਦੀ ਸੀ ਓਲੰਪਿਕ ਦੇ ਵਿੱਚ। ਫਿਰ 1980 ਦੇ ਵਿੱਚ ਸੋਵੀਅਤ ਯੂਨੀਅਨ ਨੇ ਜਦੋਂ ਅਫਗਾਨਿਸਤਾਨ 'ਚ ਫੌਜਾਂ ਭੇਜੀਆਂ, ਉਦੋਂ ਇਹਨਾਂ ਨੇ ਸੋਵੀਅਤ ਯੂਨੀਅਨ ਦੀਆਂ ਮਾਸਕੋ ਓਲੰਪਿਕਸ ਦਾ ਬਾਈਕਾਟ ਕਰ ਦਿੱਤਾ। 1984 'ਚ ਇਹਨਾਂ ਨੇ ਕਰਾਈਆਂ ਲਾਸ ਐਂਜਲਸ, ਤੇ ਉਹਨਾਂ ਨੇ ਫਿਰ ਇਹਨਾਂ ਦਾ ਬਾਈਕਾਟ ਕਰਤਾ। ਇਹ ਟੈਟ ਫਾਰ ਟੈਟ ਚੱਲੀ ਜਾਂਦੀ ਹੈ। ਉਹ ਬਹੁਤ ਬੰਦੇ ਜਿਹੜੇ ਸਪੋਰਟਸ ਵਾਲੇ ਖਾਸ ਤੌਰ ਤੇ ਆ, ਔਰ ਜਿਹੜੇ ਸਪੋਰਟਸ ਦੇਖਦੇ ਆ, ਉਹ ਇਹ ਚਾਹੁੰਦੇ ਆ ਕਿ ਹੁਣ ਜਿਹੜੀਆਂ ਵਰਲਡ ਕੱਪ ਹੋਣਾ ਸੀ ਔਰ ਹੋਣਾ ਆ ਕਟਰ ਦੇ ਵਿੱਚ, ਦੋਹਾ ਦੇ ਵਿੱਚ, ਉਹ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਇਵੈਂਟ ਹੁੰਦਾ ਦੁਨੀਆ ਦੇ ਵਿੱਚ। ਹਾਂਜੀ। ਸੌਕਰ ਜਿਹਨੂੰ ਕਹਿੰਦੇ ਆ, ਇੱਥੇ ਵਾਲੇ ਸੌਕਰ ਕਹਿੰਦੇ, ਵੈਸੇ ਤਾਂ ਫੁੱਟ ਨਾਲ ਖੇਲਿਆ ਜਾਂਦਾ, ਫੁੱਟਬਾਲ ਹੁੰਦਾ ਉਹ ਜੀ। ਤੇ ਇਹਨਾਂ ਨੇ ਰਸ਼ੀਆ ਨੂੰ ਤੇ ਬੈਲਾਰੂਸ ਨੂੰ ਕੱਢ ਦਿੱਤਾ ਉਸ ਟੂਰਨਾਮੈਂਟ ਤੋਂ।
ਉਹਨਾਂ UEFA ਦੇ ਪ੍ਰੈਜ਼ੀਡੈਂਟ ਨੇ ਇਹੀ ਕਿਹਾ ਕਿ ਇਹ ਗੱਲ ਗਲਤ ਆ। ਹਾਂਜੀ ਬਿਲਕੁਲ, ਕਿਉਂਕਿ ਫੁੱਟਬਾਲ ਜਿਹੜੇ ਖੇਡਦੇ ਆ ਉਹ ਤਾਂ ਨਹੀਂ ਯੂਕਰੇਨ ਚ ਆਏ, ਨਹੀਂ, ਇੱਥੇ ਤਾਂ ਪਿਊਟਨ ਦਾ ਫੈਸਲਾ ਸੀ। ਉਹਨੇ ਫੈਸਲਾ ਕਰਕੇ ਤਾਂ ਆਰਮੀ ਨੂੰ ਕਿਹਾ, ਆਰਮੀ ਵਾਲੇ ਉੱਥੇ ਆ ਗਏ, ਤੇ ਫੁੱਟਬਾਲ ਖੇਡਣ ਵਾਲੇ ਤਾਂ ਅਜੇ ਵੀ ਫੁੱਟਬਾਲ ਹੀ ਖੇਡਦੇ ਆ, ਉਹਨਾਂ ਨੂੰ ਆਉਣ ਦਿਓ, ਕੋਈ ਗੱਲ ਨਹੀਂ। ਇਸੇ ਤਰ੍ਹਾਂ ਕਈ ਵਾਰੀ ਜਿਹੜੀ ਸਾਡੇ ਵੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਕਈ ਕ੍ਰਿਕਟ ਖੇਲਣ ਜਾਂਦੇ ਨਾ, ਉਹਨਾਂ ਤੇ ਬੈਨ ਕਰ ਦਿੰਦੇ। ਚਲੋ ਤੁਹਾਡੀ ਦੁਸ਼ਮਣੀ ਹੋਊਗੀ, ਸਿਆਸੀ ਦੁਸ਼ਮਣੀ ਹੋਊਗੀ, ਕੱਢ ਲਓ। ਸਿਆਸਤ ਤੇ ਖੇਡਾਂ ਨੂੰ ਅਲੱਗ ਰੱਖ ਕੇ ਰੱਖਣਾ ਚਾਹੀਦਾ। ਸਿਆਸਤ ਤੇ ਖੇਡਾਂ ਨੂੰ ਅਲੱਗ ਰੱਖੋ। ਸੱਭਿਆਚਾਰ ਆ, ਕੋਈ ਨੁਸਰਤ ਫਤਿਹ ਅਲੀ ਗਾਉਣ ਆਇਆ ਤੁਹਾਡੇ, ਉਹਨੂੰ ਸੁਣ ਲੈਣ ਦਿਓ ਲੋਕਾਂ ਨੂੰ। ਜੇ ਦੋਹਾਂ ਦੇਸ਼ਾਂ ਦੇ ਦੋਹਾਂ ਪਾਸਿਆਂ ਦੇ ਲੋਕ ਉਹਨੂੰ ਸੁਣਨਾ ਚਾਹੁੰਦੇ ਆ ਤੇ ਇਦੋਂ ਵੱਡੀ ਗੱਲ ਕੀ ਹੋ ਸਕਦੀ? ਉਹਦੇ ਨਾਲ ਸਦ ਭਾਵਨਾ ਪੈਦਾ ਹੁੰਦੀ ਹੈ। ਹਾਂਜੀ ਬਿਲਕੁਲ, ਉਹਦਾ ਪਤਾ ਲੱਗ ਜਾਂਦਾ ਵੀ ਇਹ ਵੀ ਲੋਕ ਸਾਡੇ ਵਰਗੇ ਹੀ ਆ, ਤੇ ਇਹਨਾਂ ਗੱਲਾਂ ਤੋਂ ਇਹ ਡਰਦੇ ਆ ਵੀ ਲੋਕਾਂ ਦੇ ਵਿੱਚ ਸਦ ਭਾਵਨਾ ਪੈਦਾ ਨਾ ਹੋ ਜਾਵੇ। ਕਿਤੇ ਸਪੋਰਟਸ ਇਵੈਂਟ ਹੈ, ਚਲੋ ਆਪਣੇ ਆਪਣੇ ਦੇਸ਼ ਦੀ ਤੁਸੀਂ ਟੀਮ ਦੀ ਸਪੋਰਟ ਕਰਦੇ ਆ, ਪਰ ਲੋਕੀ ਤਾਂ ਇੱਕ ਦੂਜੇ ਨੂੰ ਮਿਲਦੇ ਗਿਰਦੇ ਆ ਨਾ। ਹਾਂਜੀ, ਤੁਸੀਂ ਦੇਖੋ ਆਫ ਦੇ ਫੀਲਡ ਉਹ ਸਾਰੇ ਪਲੇਅਰ ਇੱਕ ਦੂਜੇ ਨੂੰ ਜਾਣਦੇ ਹੀ ਹੁੰਦੇ ਤਕਰੀਬਨ। ਹਾਂਜੀ, ਹੁਣ ਆਪਣੇ ਨਵਜੋਤ ਸਿੱਧੂ ਜਾਂਦੇ ਹੁੰਦੇ, ਇਮਰਾਨ ਖਾਨ ਜੱਫੀਆਂ ਪਾਉਣ ਲੱਗੇ, ਕਿਉਂਕਿ ਇਹ ਕ੍ਰਿਕਟ ਖੇਡਦੇ ਹੁੰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਇਕੱਠੇ। ਭਾਵੇਂ ਦੋ ਦੇਸ਼ ਬੋਲਦੇ ਚਾਹੇ ਨਹੀਂ ਬੋਲਦੇ, ਪਰ ਉਹ ਕ੍ਰਿਕਟਰ ਦੇ ਤੌਰ ਤੇ ਇੱਕ ਦੂਸਰੇ ਨੂੰ ਮਿਲਦੇ ਆ ਜੀ। ਇਸੇ ਤਰ੍ਹਾਂ ਰਸ਼ੀਆ ਵਾਲੇ ਪਲੇਅਰ ਆ, ਉਹ ਤਕਰੀਬਨ ਸਾਰੇ ਯੂਰਪੀਅਨਸ ਨੂੰ ਜਾਣਦੇ ਹੋਣੇ ਆ ਜੀ, ਕਿਉਂਕਿ ਉਹਨਾਂ ਦੇ ਨਾਲ ਉਹ ਗੇਮਸ ਖੇਡਦੇ ਆ ਵੱਖ-ਵੱਖ ਕਲੱਬਾਂ ਦੇ ਵਿੱਚ ਜੀ। ਤੇ ਇਹ ਵਧੀਆ ਗੱਲ ਇਹ ਹੋਵੇ ਕਿ ਤੁਸੀਂ ਸਿਆਸਤ ਨੂੰ ਇੱਕ ਪਾਸੇ ਰੱਖੋ, ਵਾਰ ਜਿਹੜੀ ਚੱਲਦੀ ਆ ਉਹ ਪਿਊਟਨ ਦੀ ਆ, ਫੁੱਟਬਾਲ ਟੀਮ ਨੂੰ ਉੱਥੇ ਆਉਣ ਦਿਓ ਜੀ। ਬਿਲਕੁਲ, ਇਹ ਗੱਲ ਵੈਸਟਰਨ ਯੂਰਪ ਦੇ UEFA ਦੇ ਪ੍ਰੈਜ਼ੀਡੈਂਟ ਨੇ ਗੱਲ ਕਹੀ। ਹਾਂਜੀ ਬਿਲਕੁਲ, ਖੇਡਾਂ ਦਾ ਤੇ ਸਿਆਸਤ ਦਾ ਜਿਹੜਾ ਹੈਗਾ, ਇਹਨਾਂ ਨੂੰ ਤਾਂ ਬਿਲਕੁਲ ਵੀ ਇੱਕ ਦੂਜੇ ਦੇ ਨਾਲ ਇਹਨਾਂ ਨੂੰ ਮਿਲਾਉਣਾ ਨਹੀਂ ਚਾਹੀਦਾ ਹੈਗਾ, ਕਿਉਂਕਿ ਵਾਕਈ ਇਹ ਅਫਸੋਸਜਨਕ ਆ ਜੋ ਉਹਨਾਂ ਨੇ ਕਿਹਾ ਜੀ। ਤੇ ਡਾਕਟਰ ਸਾਹਿਬ, US ਦੇ ਵਿੱਚ ਸੈਂਸਰਸ਼ਿਪ ਦੀ ਤੁਲਨਾ ਕੀਤੀ ਗਈ ਆ ਇੱਕ ਨਾਵਲ ਦੇ ਨਾਲ, ਜਿਹਦਾ ਨਾਂ 1984 ਆ, ਉਹ ਨਾਵਲ ਦਾ ਨਾਂ ਹੈ ਨਾ। ਇਹ ਪੂਰਾ ਜਿਹੜਾ ਮਾਮਲਾ ਹੈ ਕੀ? ਇਹ ਮਾਮਲਾ ਪਹਿਲਾਂ ਵੀ ਸੀ ਤੇ ਹੁਣ ਥੋੜਾ ਜਿਹਾ ਤੇਜ਼ ਹੋ ਗਿਆ, ਕਿਉਂਕਿ ਟੈਸਲਾ ਦਾ ਜਿਹੜਾ ਮਸਕ ਹੈ, ਹਾਂਜੀ ਐਲਨ ਮਸਕ ਨੇ ਖਰੀਦ ਲਿਆ ਨਾ ਟਵਿੱਟਰ। ਹਾਂਜੀ, ਉਹਨੇ ਟਵਿੱਟਰ ਖਰੀਦਦੇ ਹੀ ਇੱਕ ਬਿਆਨ ਦੇ ਦਿੱਤਾ ਕਿ ਇਹ ਤੇ ਕਿਸੇ ਨੂੰ ਬੈਨ ਨਹੀਂ ਕਰਨਾ ਚਾਹੀਦਾ ਜੀ। ਜੇ ਤੋਂ ਵੈਸੇ ਡੋਨਾਲਡ ਟਰੰਪ ਤਾਂ ਬਹੁਤ ਖੁਸ਼ ਸੀ ਜੀ। ਬਿਲਕੁਲ, ਅੱਛਾ, ਉਹ ਆਉਣ ਚਾਹੇ ਨਾ ਆਉਣ, ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਫਰੀडम ਆਫ ਸਪੀਚ ਦੀ ਗੱਲ ਕਰਦਾ ਹੈ। ਉਹਨਾਂ ਨੇ ਵੈਲਕਮ ਕੀਤਾ। ਤਾਂ ਉਹ ਤੋਂ ਜਿਹੜੇ ਡੈਮੋਕ੍ਰੈਟਸ ਹੈ ਉਹ ਬਹੁਤ ਭੈਭੀਤ ਹੋਏ ਪਏ ਆ ਕਿ ਇੱਥੇ ਅਸੀਂ ਤਾਂ ਅੱਗੇ ਤਾਂ ਬੈਨ ਕਰ ਦਿੰਦੇ ਹੁੰਦੇ ਸੀ ਕੋਈ ਨਾ ਕੋਈ ਬਹਾਨਾ ਲਾ ਕੇ, ਤੇ ਹੁਣ ਜੇ ਸਾਡੇ ਖਿਲਾਫ ਸਾਰਾ ਸੋਸ਼ਲ ਮੀਡੀਆ ਹੋ ਗਿਆ, ਇੱਕ ਤਾਂ ਵੈਸੇ ਹੀ ਜੋ ਬਾਈਡਨ ਦੀ ਪਪੂਲੈਰਿਟੀ ਥੱਲੇ ਨੂੰ ਜਾ ਰਹੀ ਹੈ ਜੀ, ਤੇ ਦੂਸਰਾ ਸੋਸ਼ਲ ਮੀਡੀਆ ਖਰਾਬ ਹੋ ਗਿਆ ਸਾਡੇ, ਤੇ ਫਿਰ ਸਾਡੇ ਹੱਥੋਂ ਹੁਣ ਕਿਆਸ ਰਾਹੀਂ ਲਾ ਰਹੇ ਲੋਕ ਕਿ ਕਾਂਗਰਸ ਦਾ ਜਿਹੜਾ ਲੋਅਰ ਸਦਨ ਹੈ ਨਾ, ਹਾਊਸ ਆਫ ਰੈਪਸ, ਉੱਥੋਂ ਮੈਜੋਰਿਟੀ ਉਹਨਾਂ ਦੀ ਬਣ ਜਾਣੀ ਹੈ ਰਿਪਬਲਿਕਨ ਦੀ। ਤੇ ਕਈ ਬੰਦੇ ਆਸ ਲਾ ਰਹੇ ਆ ਵੀ ਹੋ ਸਕਦਾ ਕਿ ਸੈਨੇਟ ਵੀ ਉਹਨਾਂ ਦੇ ਹੱਥ ਚ ਆ ਜਾਵੇ, ਇੰਨੇ ਬੁਰੇ ਹਾਲ ਹੋ ਜਾਣ ਇਹਨਾਂ ਦੇ ਜੀ। ਤਾਂ ਉਹਨਾਂ ਤੋਂ ਡਰਦੇ ਹੋਏ ਹੁਣ ਪਿੱਛੇ ਜਿਹੜੇ ਜੋ ਬਾਈਡਨ ਮੋਹਰੇ ਲਾਏ ਆ, ਪਿੱਛੇ ਬਰਾਕ ਓਬਾਮਾ ਕੰਮ ਕਰਦੇ। ਤੇ 1984 ਦੇ ਨਾਲ ਇਹਦੀ ਤੁਲਨਾ ਇਸ ਕਰਕੇ ਕਰਦੇ ਆ, 1984 ਉਹ ਨਾਵਲ ਹੈ ਜਿਹੜਾ ਜਾਰਜ ਔਰਵਲ ਨੇ 1949 ਚ ਲਿਖਿਆ ਸੀ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਸੋਵੀਅਤ ਯੂਨੀਅਨ ਮੇਨ ਟਾਰਗੇਟ ਸੀ, ਯੂਨਾਈਟਿਡ ਸਟੇਟ, US ਵਾਲਿਆਂ ਦਾ, UK ਵਾਲਿਆਂ ਦਾ। ਤੇ ਉਹਨੇ ਇੱਕ ਨਾਵਲ ਲਿਖਿਆ, ਪਹਿਲਾਂ ਤਾਂ ਉਹਨੂੰ ਪ੍ਰਮੋਟ ਕਰਦੇ ਰਹੇ ਵੈਸਟਰਨ ਕੰਟਰੀ ਦੇ ਵਿੱਚ, BC ਚ ਵੀ, ਇੱਥੇ ਅਸੀਂ ਵੀ ਜਦੋਂ ਪੜ੍ਹਦੇ ਹੁੰਦੇ ਸੀ ਸਕੂਲੇ, ਸਾਨੂੰ ਵੀ 1984 ਪੜ੍ਹਨਾ ਪਿਆ। ਉਦੋਂ ਉਹਨੂੰ ਬੰਦੇ ਨੂੰ, ਜਾਰਜ ਔਰਵਲ ਨੂੰ, ਇੱਕ ਲੇਖਕ ਦੇ ਤੌਰ ਤੇ ਪੇਸ਼ ਕਰਦੇ ਰਹੇ। ਅੰਗਰੇਜ਼ ਐਵੇਂ ਨਹੀਂ ਦੁਨੀਆ ਤੇ ਰਾਜ ਕਰਦੇ। ਔਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦਾ ਐਕਚੁਅਲੀ ਬ੍ਰਿਟਿਸ਼ ਮਿਲਟਰੀ ਦੀ ਇੰਟੈਲੀਜੈਂਸ ਆਫੀਸਰ ਸੀ ਜਿਹਨੇ ਨਾਵਲ ਲਿਖਿਆ ਸੀ। ਮਤਲਬ ਉਹਦੇ ਪਿੱਛੇ ਕੋਈ ਕਾਰਨ ਸੀ ਉਹਨੇ ਜਿਹੜਾ ਨਾਵਲ ਲਿਖਿਆ ਜੀ। ਉਹਨੇ ਇੱਕ ਪ੍ਰਾਪੇਗੰਡਾ ਲਿਖਿਆ ਸੋਵੀਅਤ ਯੂਨੀਅਨ ਦੇ ਖਿਲਾਫ। ਉਹਦਾ ਜਿਹੜਾ ਮੇਨ ਕਰੈਕਟਰ ਆ ਨਾ ਉਸ ਨਾਵਲ ਦਾ, ਉਹਨੂੰ ਸਟੇਟ ਜਿਹੜੀ ਆ ਉਹ ਦੇਖਦੀ ਆ ਵੀ ਇਹ ਕਿੱਥੇ ਜਾਂਦਾ, ਕਿੱਥੇ ਆਉਂਦਾ, ਕੀ ਖਾਂਦਾ, ਕਿੱਥੇ ਬੈਠਦਾ,
ਕਿਹਦੇ ਨਾਲ ਗੱਲ ਕਰਦਾ ਹੈ, ਜਿਹਨੂੰ ਉਹ ਕਹਿੰਦਾ ਹੈ ਕਿ ਬਿਗ ਬ੍ਰਦਰ ਹੈ। ਸਟੇਟ ਜਿਹੜੀ ਹੈ ਇੱਕ ਬਿਗ ਬ੍ਰਦਰ ਹੈ। ਅੱਛਾ, ਫਿਰ ਉਹ ਸਟੇਟ ਦੀ ਗੱਲ ਕਰਦਾ ਕਿ ਸਟੇਟ ਆਪਣੀ ਹਿਸਟਰੀ ਜਿਹੜੀ ਪੇਸ਼ ਕਰਦੀ ਆ ਵੀ ਅਸੀਂ ਆਹ ਨਹੀਂ ਕੀਤਾ, ਅਸੀਂ ਆਹ ਨਹੀਂ ਕੀਤਾ, ਅਸੀਂ ਇਸ ਦੇਸ਼ ਦੇ ਖਿਲਾਫ ਨਹੀਂ ਲੜੇ, ਇਸ ਦੇ ਖਿਲਾਫ ਲੜੇ ਆ। ਉਹ ਮਿਨਿਸਟਰੀ ਆਫ ਟਰੂਥ ਬਣਾਈ ਆ ਉਹਨਾਂ ਨੇ, ਸੱਚ ਦੀ ਮਿਨਿਸਟਰੀ, ਤਾਂ ਬੋਲਦੀ ਉਹ ਝੂਠ ਆ। ਜਿਨ੍ਹਾਂ ਦੇਸ਼ਾਂ ਦੇ ਖਿਲਾਫ ਲੜੇ ਆ ਉਹਨਾਂ ਨੂੰ ਪੇਸ਼ ਕਰ ਰਹੀ ਵੀ ਅਸੀਂ ਕਦੇ ਲੜੇ ਹੀ ਨਹੀਂ, ਜਿਨ੍ਹਾਂ ਦੇ ਖਿਲਾਫ ਨਹੀਂ ਲੜੇ ਉਹਨਾਂ ਦੇ ਕਹਿੰਦੇ ਅਸੀਂ ਲੜਦੇ ਰਹੇ ਹਾਂ। ਹੁਣ ਸੋਵੀਅਤ ਯੂਨੀਅਨ ਤਾਂ ਖਤਮ ਹੋ ਗਿਆ। ਸੋਵੀਅਤ ਯੂਨੀਅਨ ਜਦੋਂ ਖਤਮ ਹੋਇਆ ਤੇ ਖਾਸ ਤੌਰ ਤੇ 9/11 ਦੀਆਂ ਘਟਨਾਵਾਂ ਤੋਂ ਬਾਅਦ ਪਤਾ ਲੱਗਾ ਸਾਨੂੰ ਕਿ ਤੁਸੀਂ ਇੱਥੇ ਜੋ ਵੀ ਫੋਨ ਤੇ ਗੱਲ ਕਰਦੇ ਆ ਤੁਹਾਡੀ ਰਿਕਾਰਡਿੰਗ ਹੁੰਦੀ ਹੈ। ਹਾਂਜੀ, ਸਾਰਿਆਂ ਦੀ ਜੋ ਵੀ ਈਮੇਲ ਭੇਜਦੇ ਆ ਤੁਹਾਡੀ ਤਾਂ ਰਿਕਾਰਡਿੰਗ ਹੁੰਦੀ ਹੈ। ਹੁਣ ਡਿਸਾਈਫਰ ਕਰਨ ਜੋਗੇ ਇਹਨਾਂ ਤੇ ਰਿਸੋਰਸਸ ਹੈਗੇ ਜਾਂ ਨਹੀਂ, ਇਹ ਜੁਦੀ ਗੱਲ ਹੈ। ਵੀ ਇੰਨੇ ਬੰਦੇ ਕਿੱਥੋਂ ਲਿਆਉਣਗੇ? ਉਹਨਾਂ ਦੇ ਵਿੱਚੋਂ ਇਹਨਾਂ ਨੇ ਇੱਕ ਸ਼ਬਦਕੋਸ਼ ਇੱਕ ਪਾਏ ਆ ਸੌਫਟਵੇਅਰ ਦੇ ਵਿੱਚ, ਜਿਹੜੇ ਉਹ ਪਿਕਅਪ ਕਰ ਲੈਂਦੇ ਆ। ਜੇ ਤੁਸੀਂ ਸ਼ਬਦ ਯੂਜ਼ ਕਰਦੇ ਆ ਬੰਬ, ਕੋਈ ਇੱਦਾਂ ਦੀਆਂ ਗੱਲਾਂ, ਕਤਲ ਕਰਨਾ ਕਿਸੇ ਦਾ, ਫਲਾਣੇ ਉਡਾ ਦਿਆਂਗੇ, ਫਲਾਣਾ ਕਰ ਦਿਆਂਗੇ, ਉਹ ਰਿਕਾਰਡ ਕਰ ਲੈਂਦੇ ਆ ਉਹ। ਤੇ ਹੁਣ ਫਿਰ ਬਾਕੀ ਇੰਟੈਲੀਜੈਂਸ ਏਜੰਸੀ ਜਿਹੜੀਆਂ ਨਵੇਂ ਸ਼ਬਦ ਕੋਈ ਟੈਰਰਿਸਟ ਆਰਗੇਨਾਈਜੇਸ਼ਨ, ਕੋਈ ਐਕਸਟ੍ਰੀਮਿਸਟ ਆਰਗੇਨਾਈਜੇਸ਼ਨ ਵਰਤਦੀਆਂ ਹੈ ਤਾਂ ਉਹ ਕਰਦੇ ਨੇ। ਲੋਕਾਂ ਦੇ ਵਿੱਚ ਇਹ ਹੋ ਗਿਆ ਕਿ ਇਹ ਬਹੁਤ ਜਿਹੜੀ 1984 ਜਦੋਂ ਹੁਣ ਬੱਚੇ ਪੜ੍ਹਦੇ ਸੀ ਦੁਆ, ਸੋਵੀਅਤ ਯੂਨੀਅਨ ਤਾਂ ਹੈ ਨਹੀਂ, ਹੁਣ ਬੱਚਿਆਂ ਨੂੰ ਕੀ ਪਤਾ ਵੀ ਸੋਵੀਅਤ ਯੂਨੀਅਨ ਬਾਰੇ ਲਿਖਿਆ ਸੀ। ਉਹ ਫਿਰ ਦੇਖਦੇ ਕਿ ਆਹ ਜੋ ਕੁਛ ਇਹਨੇ ਲਿਖਿਆ ਹੈ ਬਿਗ ਬ੍ਰਦਰ ਬਾਰੇ, ਇਹ ਤਾਂ ਅਮਰੀਕਾ 'ਚ ਹੀ ਹੋ ਰਿਹਾ ਸਾਰਾ ਕੁਛ, ਇਹ ਤਾਂ ਕੈਨੇਡਾ 'ਚ ਹੋ ਰਿਹਾ, ਇਹ ਯੂਕੇ ਦੇ ਵਿੱਚ ਹੋ ਰਿਹਾ। ਸੋ ਅਮਰੀਕਾ ਦੇ ਵਿੱਚ ਕਈ ਜਗ੍ਹਾ ਤੇ ਸਕੂਲ ਬੋਰਡਸ ਨੇ ਬੈਨ ਕੀਤਾ ਇਹ ਨਾਵਲ। ਬਾਅਦ ਦੇ ਵਿੱਚ ਅੱਜ ਵੀ ਤੁਸੀਂ ਬਹੁਤੇ ਜਿਹੜੇ ਐਡਵੋਕੇਟਸ ਦੇਖਦੇ ਆ, ਇਹਨੂੰ ਬੈਨ ਕਰਨ ਵਾਲੇ ਬੰਦੇ ਅਮਰੀਕਾ ਦੇ ਵਿੱਚ ਬੈਠੇ ਆ, ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਗੱਲ ਇਹਦੇ ਵਿੱਚ ਲਿਖੀ ਆ, ਵੈਸੇ ਤਾਂ ਅਸੀਂ ਸੋਵੀਅਤ ਯੂਨੀਅਨ ਦੇ ਖਿਲਾਫ ਲਿਖੀ ਸੀ, ਇਹਨੇ ਬ੍ਰਿਟਿਸ਼ ਇੰਟੈਲੀਜੈਂਸ ਆਫੀਸਰ ਨੇ ਉਹਨਾਂ ਦੇ ਖਿਲਾਫ ਲਿਖਿਆ ਸੀ, ਪਰ ਹੁਣ ਲਾਗੂ ਅਮਰੀਕਾ ਤੇ ਹੁੰਦਾ ਜੀ। ਸੋ ਇਸ ਕਰਕੇ ਉਹਨਾਂ ਨੇ ਤੁਲਨਾ ਕੀਤੀ ਕਿ ਜਿਹੜੀ ਬਰਾਕ ਓਬਾਮਾ ਗੱਲ ਕਰਿਆ ਵੀ ਅਸੀਂ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨਾ ਆ, 1984 ਦੇ ਵਿੱਚ ਜੋ ਅਸੀਂ ਪੜ੍ਹਦੇ ਸੀ ਕਿ ਸਟੇਟ ਕਿੱਦਾਂ ਕੰਟਰੋਲ ਕਰਦੀ ਹੈ ਡਿਸੈਂਟ, ਕਿੱਦਾਂ ਤੁਹਾਡੀ ਸੋਚਣੀ ਨੂੰ ਕੰਟਰੋਲ ਕਰਦੀ ਹੈ, ਇਹ ਬਰਾਕ ਓਬਾਮਾ ਇਹ ਪ੍ਰਪੋਜ਼ ਕਰ ਰਿਹਾ ਜੀ। ਤੇ ਦੂਸਰਾ ਉਹਨਾਂ ਦਾ ਚਾਰਜ ਇਹ ਆ, ਉਹ ਕਹਿੰਦੇ ਕਿ ਜੋ ਬਾਈਡਨ ਤਾਂ ਫਰੰਟਮੈਨ ਹੀ ਆ। ਹਾਂਜੀ, ਉਹਨਾਂ ਨੇ ਕਿਆ ਟਵੀਟ ਕਰਕੇ ਕਿਹਾ ਉਹਨਾਂ ਨੇ ਤੇ ਪਿੱਛੇ ਤਾਂ ਬਰਾਕ ਓਬਾਮਾ ਬੈਠਾ ਹੈ। ਹਾਂਜੀ ਹਾਂਜੀ, ਬਰਾਕ ਓਬਾਮਾ ਨੂੰ ਬੰਦਾ ਲੱਭਾ ਆ। ਵੈਸੇ ਤਾਂ ਉਹ 8 ਸਾਲ ਉਹਨਾਂ ਨੇ ਪ੍ਰੈਜ਼ੀਡੈਂਸੀ ਕੀਤੀ ਹੈ ਤੇ ਹੁਣ 8 ਸਾਲ ਇਹ ਤੋਂ ਕਰਾਉਣਗੇ, ਜਿੱਦਾਂ ਕੇਜਰੀਵਾਲ ਨੇ ਬੰਦਾ ਬਿਠਾ ਲਿਆ ਹੈ ਚੰਡੀਗੜ੍ਹ 'ਚ। ਜੀ ਡਾਕਟਰ ਸਾਹਿਬ, ਜਿੱਦਾਂ ਹੁਣੇ ਤੁਸੀਂ ਗੱਲਬਾਤ ਕੀਤੀ ਸੀ ਵੀ ਜਿੱਦਾਂ ਫੋਨ ਵਗੈਰਾ ਆਪਣੇ ਸਾਰੇ ਟੈਬ ਹੁੰਦੇ ਆ, US ਇੰਟੈਲੀਜੈਂਸ ਨੇ ਮੰਨਿਆ ਕਿ ਦਸੰਬਰ 2020 ਤੋਂ ਲੈ ਕੇ ਨਵੰਬਰ 2021 ਦੇ ਵਿਚਕਾਰ ਲਗਭਗ 3.4 ਮਿਲੀਅਨ ਅਮਰੀਕਨਸ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਆ। ਦੇਖੋ ਇਹ ਫੋਨ ਤੇ ਪਿਕਅਪ ਕਰਦੇ ਆ, ਕੋਈ ਈਮੇਲਸ ਲੋਕਾਂ ਦੀਆਂ ਦੇਖਦੇ ਆ। ਜੇ ਇੰਨੇ ਬੰਦਿਆਂ ਦੀ ਇਨਵੈਸਟੀਗੇਸ਼ਨ ਕੀਤੀ, ਤੁਸੀਂ ਦੇਖੋ ਕਿੰਨੇ ਬੰਦੇ ਦੇ ਸਪਾਈ ਕਰਦੇ ਹੋਣਗੇ। ਜੀ ਬਿਲਕੁਲ। ਸੋ ਉਹ ਸਟੇਟ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ ਕਿ ਟੋਟਾਲੀਟੇਰੀਅਨ ਸਟੇਟ ਆ, ਉਹ ਸਾਰੀ ਆਪਣੇ ਸਿਟੀਜ਼ਨ ਤੇ ਜਸੂਸੀ ਕਰਦੀ ਹੈ। ਹੁਣ ਇਹ ਕਰਦੇ ਆ। ਹਾਂਜੀ, ਸਾਡੇ ਵੀ ਇਦਾਂ ਹੀ ਕਰਦੇ। ਜਦੋਂ RCMP ਤੇ ਮੈਕਡੋਨਲਡ ਕਮਿਸ਼ਨ ਬਣਾਇਆ 1977 ਦੇ ਵਿੱਚ, ਦੇਖੋ ਅੱਜ ਤੋਂ ਕਿੰਨੀ ਦੇਰ ਪਹਿਲੇ ਦੀ ਗੱਲ ਹੈ, ਉਦੋਂ ਇਹਨਾਂ ਦੇ ਕੋਲ 8 ਲੱਖ ਕੈਨੇਡੀਅਨਸ ਦੀ ਫਾਈਲ ਸੀ ਤੇ ਪਾਪੂਲੇਸ਼ਨ ਕਿੰਨੀ ਸੀ ਕੈਨੇਡਾ ਦੀ ਉਦੋਂ? 21 ਮਿਲੀਅਨ। ਮਤਲਬ 21 ਮਿਲੀਅਨ ਬੰਦੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਆ। ਫਿਰ 8 ਲੱਖ ਲੋਕਾਂ ਦੀਆਂ ਤਾਂ ਫਾਈਲਸ ਦੇ ਇਹਨਾਂ ਦੇ ਕੋਲ ਪਈਆਂ ਸੀ। ਸਟੇਟ ਬਹੁਤ ਜ਼ਿਆਦਾ ਜਸੂਸੀ ਕਰਦੀ ਹੈ ਅੱਜ ਕੱਲ੍ਹ। ਤੇ ਸਿਵਲ ਲਿਬਰਟੀਜ਼ ਵਾਲੇ ਇਹ ਕਹਿੰਦੇ ਆ ਕਿ ਦੇਖੋ, ਜੇ ਤੁਸੀਂ ਇੰਨੇ ਲੋਕਾਂ ਦੀ ਇਨਵੈਸਟੀਗੇਸ਼ਨ ਹੀ ਕਰਨ ਲੱਗੇ ਹੋਏ ਆ, ਜ਼ਰੂਰੀ ਨਹੀਂ ਹੁੰਦਾ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਕਿ ਬੰਦਾ ਜੀ ਕਾਜ਼ਖਸਤਾਨ ਜਾਇਆ, ਅਫਗਾਨਿਸਤਾਨ, ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕਰਤੀ। ਹਾਂਜੀ, ਇਹ ਜ਼ਰੂਰੀ ਨਹੀਂ ਕਿ ਉਸ ਬੰਦੇ ਵਾਕਿਆ ਹੀ ਟੈਰਰਿਸਟ ਆ। ਉਦਾਂ ਹੀ ਸ਼ੱਕ ਦੇ ਬਿਨਾਂ ਤੇ ਇਨਵੈਸਟੀਗੇਸ਼ਨ ਕਰਨ ਲੱਗ ਪੈਂਦੇ ਆ।
ਜੀ ਜਦੋਂ ਹੁਣ ਇਹ ਸਵਾਲ ਉੱਠਿਆ ਨਾ, ਜਦੋਂ ਖਬਰ ਸੁਰਖੀਆਂ ਵਿੱਚ ਆਈ ਤਾਂ FBI ਆਫੀਸ਼ੀਅਲਸ ਨੇ ਕਿਹਾ ਕਿ ਫੋਰਨ ਹੈਕਰਸ ਦੀ ਜਿਹੜੀ ਤਲਾਸ਼ ਕਰ ਰਹੇ ਸੀ, ਤਾਂ ਕਰਕੇ ਉਹਨਾਂ ਨੇ ਇੰਨੀ ਇਨਵੈਸਟੀਗੇਸ਼ਨ ਕੀਤੀ ਆ। ਫੋਰਨ ਹੈਕਰਸ ਇਹਨਾਂ ਦੇ ਹੱਥ ਕੋਈ ਲੱਗਾ? ਜਿਹੜੇ ਬੰਦੇ ਦੁਨੀਆ ਭਰ ਦੀ ਇਨਵੈਸਟੀਗੇਸ਼ਨ ਕਰਦੇ ਫਿਰਦੇ ਆ, ਆਪਣਿਆਂ ਬੰਦਿਆਂ ਤੇ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਆ ਉਹ ਲਈ ਬਹਾਨਾ ਆ। ਹਾਂਜੀ। ਹੁਣ ਜੇ ਪਹਿਲਾਂ ਇਲੈਕਸ਼ਨ ਜਦੋਂ ਜੇ ਡੈਮੋਕ੍ਰੇਟ ਹਾਰ ਜਾਣ ਤਾਂ ਇਹ ਹਮੇਸ਼ਾ ਕਹਿਣਗੇ ਰਸ਼ੀਅਨ ਹੱਥ ਸੀ ਇਹਦੇ ਪਿੱਛੇ, ਤੇ ਜੇ ਜਿੱਤ ਜਾਂਦੇ ਆ ਫਿਰ ਕਿਹਦਾ ਹੱਥ ਆ? ਸਾਡੇ ਵੀ ਇੱਥੇ ਇਹ ਗੱਲ ਬਣੀ ਸੀ ਕਿ ਰਸ਼ੀਅਨ ਇੰਟੈਲੀਜੈਂਸ ਵਾਲਿਆਂ ਨੇ ਸਾਡੇ ਹੈਕਿੰਗ ਕਰਤੀ, ਇਸ ਕਰਕੇ ਅਸੀਂ ਹਾਰ ਗਏ। ਮੈਨੂੰ ਇੱਕ ਕੰਜ਼ਰਵੇਟਿਵ ਪਾਰਟੀ ਦੇ ਬੰਦੇ ਨੇ, ਕੈਂਡੀਡੇਟ ਨੇ ਮੈਨੂੰ ਦੱਸਿਆ, ਕਹਿੰਦਾ ਮੈਂ ਤਾਂ ਹਾਰਿਆ, ਮੈਨੂੰ ਰਸ਼ੀਅਨ ਨੇ ਹਰਾਇਆ। ਮੈਂ ਤੂੰ ਰਸ਼ੀਆ ਦੇ ਖਿਲਾਫ ਕੀ ਕੀਤਾ ਸੀ? ਹਾਂਜੀ ਦੱਸ ਤਾਂ ਸਹੀ। ਤੈਨੂੰ ਰਸ਼ੀਆ ਦੇ ਵਿੱਚ ਮੇਰਾ ਖਿਆਲ ਨਹੀਂ ਕੋਈ ਜਾਣਦਾ ਹੋਣਾ, ਤੇ ਨਾ ਸਟੇਟ ਵਾਲਿਆਂ ਨੂੰ ਪਤਾ ਹੋਣਾ ਵੀ ਤੂੰ ਬੰਦਾ ਕੌਣ ਆ ਕੌਣ ਨਹੀਂ, ਪਰ ਤੈਨੂੰ ਬਹਾਨਾ ਮਿਲ ਗਿਆ ਇੱਕ। ਹਾਰ ਤਾਂ ਤੂੰ ਆਪਣੇ ਆਪ ਹੀ ਗਿਆ ਹੋਣਾ, ਪਾਰਟੀ ਹਾਰ ਗਈ ਤੁਹਾਡੀ, ਪਾਰਟੀ ਦਾ ਕਰਕੇ ਬੰਦੇ ਹਾਰ ਜਾਂਦੇ। ਹਾਂਜੀ। ਪਰ ਉਹ ਰਸ਼ੀਆ ਵਾਲਿਆਂ ਦੇ ਜ਼ਿੰਮੇ ਲਾਤੀ। ਜਿਹੜੇ ਤੁਹਾਡੇ ਬੰਦੇ ਜਿੱਤੇ ਆ, ਜਿੱਦਾਂ ਹੁਣ ਇੰਡੀਆ ਦੇ ਵਿੱਚ ਹਮੇਸ਼ਾ ਗੱਲ ਕਰਨਗੇ ਕਿ ਸਾਨੂੰ ਜਿਹੜੀਆਂ ਮਸ਼ੀਨਾਂ ਨੇ ਹਰਾਤਾ। ਹਾਂਜੀ। ਜਦੋਂ ਉਹ ਜਿੱਤਦੇ ਆ ਉਦੋਂ ਕਿਹਨੇ ਜਿਤਾਇਆ ਹੁੰਦਾ ਇਹਨਾਂ ਨੂੰ? ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਰੌਲਾ ਪਾਇਆ ਵੋਟਿੰਗ ਮਸ਼ੀਨਾਂ ਦੇ ਖਿਲਾਫ, ਸਭ ਤੋਂ ਜ਼ਿਆਦਾ ਆਮ ਆਦਮੀ ਵਾਲੀ ਪਾਰਟੀ ਵਾਲੇ ਬੋਲੇ। ਹੁਣ ਇਹ 92 ਸੀਟਾਂ ਜਿੱਤ ਗਏ ਆ, ਹੁਣ ਤਾਂ ਇਹਨਾਂ ਨੂੰ ਉਹਦੇ ਮੰਦਿਰ ਬਣਾਉਣੇ ਚਾਹੀਦੇ ਆ, ਪੂਜਾ ਕਰਨੀ ਚਾਹੀਦੀ, ਉੱਥੇ ਸ਼ੰਖ ਰੱਖਣਾ ਚਾਹੀਦਾ। ਜੀ ਬਿਲਕੁਲ। ਉਹਨਾਂ ਮਸ਼ੀਨਾਂ ਨਹੀਂ ਜਿਤਾਤਾ। ਉਹਨਾਂ ਮਸ਼ੀਨਾਂ ਨੇ 92 ਬੰਦੇ ਤੁਹਾਡੇ ਬਿਠਾ ਤੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਤੇ ਉਹ ਮਸ਼ੀਨਾਂ ਨੂੰ ਪੂਜਾ ਕਰੋ ਉਹਨਾਂ ਦੀ। ਹਾਂਜੀ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਟਰਕੀ ਨੇ ਨੈਟੋ ਦੀਆਂ ਵਾਰ ਗੇਮਸ ਦਾ ਬਾਈਕਾਟ ਕੀਤਾ, ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਵਾਰ ਗੇਮਸ ਐਤਕੀ ਉੱਥੇ ਮੈਡੀਟਰੇਨੀਅਨ ਦੇ ਵਿੱਚ, ਗ੍ਰੀਸ ਦੇ ਵਿੱਚ ਕਰ ਰਹੇ ਸੀ। ਗ੍ਰੀਸ ਤੇ ਟਰਕੀ ਦਾ ਪਹਿਲਾਂ ਤੋਂ ਦੁਸ਼ਮਣੀ ਚੱਲਦੀ ਹੈ। ਦੋਏ ਨੇਟੋ ਦੇ ਮੈਂਬਰ ਹੈ, ਪਰ ਦੋਹਾਂ ਦੀ ਇੱਕ ਦੂਜੇ ਨਾਲ ਬਹੁਤ ਲੱਗਦੀ ਹੈ। ਸਾਈਪ੍ਰੈਸ ਇਹਨਾਂ ਦੇ ਨਾਲ ਇੱਕ ਆਈਲੈਂਡ ਹੈ ਛੋਟਾ ਜਿਹਾ, ਉੱਥੇ ਬਹੁਤ ਦੇਰ ਦੀ ਯੂਨਾਈਟਿਡ ਨੇਸ਼ਨਸ ਦੀ ਫੋਰਸ ਬੈਠੀ ਆ। ਇੱਕ ਪਾਸੇ ਗ੍ਰੀਕਸ ਨੇ ਮੱਲਿਆ ਉਹਨਾਂ ਦਾ, ਦੂਸਰੇ ਪਾਸੇ ਟਰਕੀ ਵਾਲਿਆਂ ਨੇ। ਹਾਂਜੀ। ਤੇ ਵਿਚਕਾਰ ਬੈਠੇ ਆ UN ਵਾਲੇ, ਤੇ ਉਹਨਾਂ ਦਾ ਝਗੜਾ ਚੱਲਦਾ ਹੀ ਰਹਿੰਦਾ ਹੈ। ਤੇ ਉਹ ਇੱਕ ਤਾਂ ਬਹਾਨਾ ਉਹ ਲੱਭਦੇ ਹੁੰਦੇ ਟਰਕੀ ਵਾਲੇ ਵੀ ਜੇ ਗ੍ਰੀਸ ਵਾਲੇ ਕੁਝ ਕਰ ਰਹੇ ਆ ਤਾਂ ਮੌਕਾ ਕੋਈ ਜਾਣ ਨਹੀਂ ਦੇਣਾ, ਜਿਹਦੇ ਵਿੱਚੋਂ ਉਹ ਗ੍ਰੀਸ ਤੇ ਖੁਦ ਨਹੀਂ ਜਾਣਾ ਚਾਹੁੰਦੇ ਸੀ। ਦੂਸਰਾ ਟਰਕੀ ਵਾਲਿਆਂ ਦਾ ਇੱਕ ਮੇਨ ਇਸ਼ੂ ਆ ਗਈ ਹੈ ਨੇਟੋ ਦੇ ਨਾਲ। ਉਹ ਇਹ ਕਹਿ ਰਿਹਾ ਕਿ ਸਾਨੂੰ ਲੜਾਈ ਜਿਹੜੀ ਹੈ ਖਤਮ ਕਰਾਉਣੀ ਚਾਹੀਦੀ ਹੈ ਰਸ਼ੀਆ ਤੇ ਯੂਕਰੇਨ ਦੀ। ਅਸੀਂ ਉਹਨਾਂ ਦੇ ਤੇਲ ਦੀ ਪੀਪੀ ਲੈ ਕੇ ਤੁਰੇ ਫਿਰਦੇ ਹਾਂ, ਉਹਨਾਂ ਦੇ ਅੱਗ ਲਾਉਣੇ ਆ, ਤੁਸੀਂ ਉਹਨਾਂ ਨੂੰ ਵੈਪਨ ਦੇ ਕੇ ਆਉਣੇ ਆ। ਵੈਪਨ ਉਹਨਾਂ ਦੇ ਚੱਲਣ ਵਾਲੇ ਤਾਂ ਹੈ ਨਹੀਂ, ਵੈਪਨ ਤੁਸੀਂ ਤੁਸੀਂ ਸ਼ਿਪਮੈਂਟ ਹੀ ਖਤਮ ਕਰ ਦਿੰਦੇ ਹੋ। ਜਿੱਥੇ ਤੁਸੀਂ ਛੱਡ ਕੇ ਆਉਣੇ ਉੱਥੇ ਬੰਬ ਸਿੱਟ ਦਿੰਦੇ। ਸੋ ਟਰਕੀ ਵਾਲਿਆਂ ਦਾ ਜਿਹੜਾ ਆਪਣਾ ਫੋਰਨ ਪਾਲਿਸੀ ਆ ਥੋੜ੍ਹੀ ਇੰਡੀਪੈਂਡੈਂਟ ਹੋ ਹੀ ਜਾਂਦੀ ਹੈ, ਥੋੜ੍ਹੀ ਹੋਈ ਜਾਂਦੀ ਹੈ। ਇਹ ਅੱਜ ਦੀ ਨਹੀਂ ਹੈ, ਉਹਨਾਂ ਨੇ ਟਰਕੀ ਵਾਲਿਆਂ ਨੇ ਪਹਿਲਾਂ ਵੀ ਦੇਖਿਆ ਸੀ। ਕਿਊਬਨ ਮਿਸਲ ਕ੍ਰਾਈਸਿਸ ਦੇ ਦੌਰਾਨ ਨਾ ਇਹਨਾਂ ਨੇ ਸੀਕ੍ਰੇਟਲੀ ਕਿਊਬਾ ਨਾਲ, ਜਦੋਂ ਰਸ਼ੀਆ ਵਾਲਿਆਂ ਨੇ ਇਹਨਾਂ ਤੋਂ ਮੰਗ ਕੀਤੀ ਕਿ ਠੀਕ ਹੈ ਅਸੀਂ ਕਿਊਬਾ ਤੋਂ ਮਿਸਲ ਚੱਕ ਲੈਂਦੇ ਹਾਂ, ਪਰ ਤੁਸੀਂ ਵੀ ਤਾਂ ਕਿਸੇ ਦੇਸ਼ ਚੋਂ ਕੱਢੋ ਜਿਹੜਾ ਸਾਡੇ ਨਾਲ ਲੱਗਦਾ ਹੈ। ਹੁਣ ਜਰਮਨੀ ਦੇ ਵਿੱਚ ਵੀ ਤਾਂ ਸੀਗੀਆਂ ਇਹਨਾਂ ਦੀਆਂ ਮਿਸਾਈਲਸ ਪਈਆਂ, ਇਹਨਾਂ ਨੇ ਉੱਥੋਂ ਨਹੀਂ ਕੱਢੀਆਂ, ਇਹਨਾਂ ਨੇ ਟਰਕੀ ਚੋਂ ਕੱਢ ਲਈਆਂ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਛੱਡਿਆ ਸੋਵੀਅਤ ਯੂਨੀਅਨ ਦੇ ਸਿਰ 'ਤੇ, ਜੇ ਤੁਸੀਂ ਇਨਵੇਡ ਕਰਨਾ ਜਾਂ ਤੁਸੀਂ ਮਿਸਾਈਲ ਚਲਾਉਣੀਆਂ ਨੇ ਤੇ ਟਰਕੀ ਤੇ ਮਾਰ ਲਓ, ਕੋਈ ਗੱਲ ਨਹੀਂ। ਉਹਨਾਂ ਦਿਨਾਂ ਦੇ ਉਹ ਗੱਲ ਭੁੱਲੇ ਨਹੀਂ। ਦੂਸਰੀ ਗੱਲ, ਉਹਨਾਂ ਨੇ ਪਿੱਛੇ ਜਿਹੇ S-400 ਮਿਸਲਾਂ ਖਰੀਦੀਆਂ ਇਹਨਾਂ ਤੋਂ, ਰਸ਼ੀਆ ਵਾਲਿਆਂ ਤੋਂ, ਜਿਹੜੀਆਂ ਡਿਫੈਂਸ ਮਿਸਾਈਲਸ ਆ। ਤੁਸੀਂ ਜੇ ਮਿਸਲ ਆਉਂਦੀ ਆ ਤਾਂ ਤੁਸੀਂ ਉਹ S-400 ਚਲਾਉਣੇ ਆ ਤੇ ਉਹ ਮਿਸਲ ਨੂੰ ਖਤਮ ਕਰ ਦਿੰਦੀ ਹੈ। ਇਹ ਥੋੜ੍ਹੇ ਜਿਹੇ ਔਖੇ ਸੀ। ਉਹਨਾਂ ਨੇ ਹੋਰ ਸ਼ਿਪਮੈਂਟ ਲੈਣੀ ਸੀ, ਪਰ ਉਹ ਬੰਦ ਕਰਵਾਤੀ ਅਮਰੀਕਾ ਵਾਲਿਆਂ ਨੇ ਕਿ ਤੁਸੀਂ ਇਹਨਾਂ ਦੇ ਕੋਲੋਂ ਮਿਸਾਈਲਸ ਨਹੀਂ ਲੈ ਸਕਦੇ। ਤੇ ਹੁਣ ਉਹਨਾਂ ਦੇ ਤੁਹਾਨੂੰ ਯਾਦ ਹੋਣਾ ਕਿ
ਉਹਨਾਂ ਨੇ ਈਸਟਨਬੁਲ ਦੇ ਵਿੱਚ ਦੋਹਾਂ ਦੇਸ਼ਾਂ ਨੂੰ ਸੱਦਿਆ ਹੈ। ਹਾਂਜੀ, ਉਹਨਾਂ ਦੇ ਡਿਪਲੋਮੈਟਸ ਉੱਥੇ ਬੈਠੇ ਆ। ਇੱਕ ਹੀ ਦੇਸ਼ ਆ ਜਿਹੜਾ ਕਹਿ ਰਿਹਾ ਕਿ ਤੁਸੀਂ ਇੱਥੇ ਬੈਠੋ, ਗੱਲਬਾਤ ਕਰੋ ਜੀ। ਕਾਫੀ ਸਮੇਂ ਤੋਂ ਕਹਿ ਰਹੇ ਹੋ, ਕਾਫੀ ਸਮੇਂ ਤੋਂ ਕਹਿ ਰਹੇ। ਉਹਨਾਂ ਦੀ ਸਰਕਾਰੀ ਤੌਰ ਤੇ ਉਹਨਾਂ ਦੀ ਅਫੀਸ਼ੀਅਲ ਲਾਈਨ ਇਹੀ ਹੈ। ਹਾਂਜੀ। ਤੇ ਹੁਣ ਜਿਹੜੀਆਂ ਉਹਨਾਂ ਦੇ ਗੁਆਂਢ ਦੇ ਵਿੱਚ ਨੇਟੋ ਵਾਲੇ ਐਕਸਰਸਾਈਜ਼ ਕਰ ਰਹੇ ਆ, 에ਅਰ ਫੋਰਸ ਦੀ ਐਕਸਰਸਾਈਜ਼ ਹੈ ਇਹਨਾਂ ਦੀ ਜੀ। ਤਾਂ ਉਹ ਉਹਨਾਂ ਨੂੰ ਕਿੰਤੂ ਪ੍ਰੰਤੂ ਇਸ ਗੱਲ ਦਾ ਵੀ ਹੋਇਆ ਕਿ ਇਹ ਗ੍ਰੀਸ ਦੇ ਵਿੱਚ ਕਰ ਰਹੇ, ਸਾਡੇ ਨਹੀਂ ਕਰ ਰਹੇ। ਨੇਟੋ ਵਾਲਿਆਂ ਨੇ ਸਿਰਫ ਗ੍ਰੀਸ ਨੂੰ ਚੁਣਿਆ। ਯੂਰਪੀਅਨ ਯੂਨੀਅਨ ਤੇ ਬਹੁਤ ਦੇਰ ਦੀ ਇਹਨਾਂ ਨੇ ਐਪਲੀਕੇਸ਼ਨ ਕੀਤੀ ਹੈ ਟਰਕੀ ਵਾਲਿਆਂ ਨੇ ਕਿ ਸਾਨੂੰ ਵੀ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਾਓ। ਤਾਂ ਉਹਨਾਂ ਦੀ ਲਾਈਨ ਇਹ ਰਹੀ ਹੈ ਕਿ ਤੁਸੀਂ ਯੂਰਪ ਦਾ ਹਿੱਸਾ ਨਹੀਂ। ਉਹ ਕਹਿੰਦੇ ਜੇ ਡਿਫੈਂਸਿਵ ਅਲਾਇੰਸ ਜਦੋਂ ਤੁਹਾਨੂੰ ਲੋੜ ਸੀ ਸਾਡੀ, ਜਦੋਂ ਨੇਟੋ ਬਣਾਉਣਾ ਸੀ, ਉਦੋਂ ਅਸੀਂ ਯੂਰਪੀਅਨ ਸੀ, ਉਦੋਂ ਅਸੀਂ ਅਟਲਾਂਟਿਕ ਵਾਲੇ ਬਣ ਗਏ ਜੀ। ਤੇ ਹੁਣ ਜਦੋਂ ਮਾਰਕੀਟ ਦੇ ਵਿੱਚ ਅਸੀਂ ਆਉਣਾ ਚਾਹੁੰਦੇ ਆ ਤੇ ਤੁਸੀਂ ਸਾਨੂੰ ਕਹਿੰਦੇ ਕਿ ਤੁਸੀਂ ਹਿੱਸਾ ਹੀ ਨਹੀਂ, ਤੁਸੀਂ ਗੋਰੇ ਨਹੀਂ ਆ। ਹਾਂਜੀ। ਵੈਸੇ ਤੁਸੀਂ ਟਰਕੀ ਵਾਲਿਆਂ ਨੂੰ ਦੇਖੋ ਤਾਂ ਬੜੇ ਸੋਹਣੇ ਗੋਰੇ ਗਾਰੇ ਆ। ਜੇ ਉਹਨਾਂ ਦਾ ਰੰਗ ਉਹਨਾਂ ਦੀ ਐਥਨੀਸਿਟੀ ਦੇਖਣੀ ਹੋਵੇ ਨਾ, ਉਹ ਬਿਲਕੁਲ ਗ੍ਰੀਕ ਲੱਗਦੇ ਆ ਦੇਖਣ ਨੂੰ ਵੀ। ਇੱਕ ਜ਼ਮਾਨੇ ਦੇ ਵਿੱਚ ਗ੍ਰੀਸ ਤੇ ਟਰਕੀ ਇਕੱਠੇ ਹੀ ਹੁੰਦੇ ਸੀ ਵੈਸੇ, ਪਰ ਇਤਿਹਾਸਕ ਤੌਰ ਤੇ ਜੁਦੇ ਹੋ ਗਏ। ਉਹ ਮੁਸਲਮਾਨ ਬਣ ਗਏ, ਇਹਨਾਂ ਨੇ ਆਰਥੋਡਾਕਸ ਕ੍ਰਿਸਚੀਅਨਿਟੀ ਅਪਣਾਈ ਆ ਗ੍ਰੀਸ ਵਾਲਿਆਂ ਨੇ। ਮੇਨ ਇਸ਼ੂ ਇਹ ਵੀ ਬਣੀ ਹੈ। ਇਸ ਕਰਕੇ ਉਹਨੂੰ ਯੂਰਪੀਅਨ ਯੂਨੀਅਨ ਵਾਲੇ ਮੈਂਬਰਸ਼ਿਪ ਨਹੀਂ ਦਿੰਦੇ। ਤੇ ਹੁਣ ਉਹਨਾਂ ਨੇ ਗੁੱਸਾ ਕੱਢ ਲਿਆ ਆਪਣਾ ਕਿ ਜੇ ਤੁਸੀਂ ਐਕਸਰਸਾਈਜ਼ ਜਿਹੜੀਆਂ 에ਅਰ ਫੋਰਸ ਦੀਆਂ ਐਕਸਰਸਾਈਜ਼ ਆਪਣੇ ਗ੍ਰੀਸ ਦੇ ਵਿੱਚ ਕਰਾਉਣੀਆਂ ਤੇ ਅਸੀਂ ਨਹੀਂ ਜਾਣਾ ਉੱਥੇ। ਉਹਨਾਂ ਨੇ ਕੋਈ ਨਾ ਕੋਈ ਟੈਕਨੀਕਲ ਇਸ਼ੂ ਕੱਢੀ ਹੈ ਕਿ ਫਲਾਣੇ ਜਹਾਜ਼ ਇਹਨਾਂ ਨੇ ਵਰਤਣੇ ਉੱਥੇ, ਅਸੀਂ ਉਹਨਾਂ ਦੇ ਖਿਲਾਫ ਹਾਂ। ਟੈਕਨੀਕਲ ਰੀਜ਼ਨ ਦਿੱਤਾ ਕਿਉਂਕਿ ਆਫੀਸ਼ੀਅਲੀ ਤੌਰ ਤੇ ਉਹ ਹਜੇ ਵੀ ਨੇਟੋ ਦੇ ਮੈਂਬਰ ਹੈ। ਹਾਂਜੀ। ਨੇਟੋ ਦੇ ਮੈਂਬਰਸ ਨੂੰ, ਸਾਰੇ ਮੈਂਬਰਸ ਨੂੰ ਉਹਨਾਂ ਦੇ ਵਿੱਚ ਹਿੱਸਾ ਲੈਣਾ ਹੀ ਪੈਂਦਾ ਹੈ ਜੀ। ਪਰ ਉਹ ਟਰਕੀ ਵਾਲੇ ਹੀ ਆ ਸਿਰਫ ਇਕੱਲੇ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਨਹੀਂ ਇਹਨਾਂ ਦੇ ਵਿੱਚ ਹਿੱਸਾ ਲੈਣਾ। ਕਿਉਂਕਿ ਜਿਹੜੀ ਬ੍ਰੌਡ ਪਾਲਿਸੀ ਹੈ ਨੇਟੋ ਦੀ ਇਸ ਵੇਲੇ, ਜਿਹੜੀ ਫਿਊਲ ਕਰ ਰਹੀ ਹੈ ਕ੍ਰਾਈਸਿਸ ਉੱਥੇ ਯੂਕਰੇਨ ਤੇ ਰਸ਼ੀਆ ਦਾ, ਉਹ ਟਰਕੀ ਵਾਲੇ ਉਹਦੇ ਖਿਲਾਫ ਹੈ। ਹਾਂਜੀ। ਔਰ ਸ਼ਰੇਆਮ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੀ ਲੜਾਈ ਵਧਾਈ ਜਾਂਦੇ ਹੋ। ਸਾਡਾ ਇੰਟਰਸਟ ਜਿਹੜਾ ਟਰਕੀ ਦਾ ਇਹ ਹੈ ਕਿ ਇਹਨਾਂ ਦੀ ਲੜਾਈ ਬੰਦ ਹੋਵੇ ਜੀ। ਬਿਲਕੁਲ ਡਾਕਟਰ ਸਾਹਿਬ, ਟਾਈਮ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਵੀ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਜੇ ਬਿੱਲੀ ਮੁਰਗੀ ਹੁੰਦੀ ਤਾਂ ਉਹਨੇ ਆਂਡੇ ਦਿਆ ਕਰਨੇ ਸੀ। ਬਿਲਕੁਲ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਸਾਨੂੰ ਮੈਸੇਜ ਛੱਡ ਕੇ ਦੱਸ ਸਕਦੇ ਹੋ, ਸੁਝਾਅ ਦੇ ਸਕਦੇ ਹੋ। फेसबुक पेज है रेडियो इंडिया 1110 ਦੇ ਨਾਂ ਹੇਠ, ਟਵਿੱਟਰ ਹੈਂਡਲ ਹੈ @radioindia1110 ਤੇ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca ਤੇ। ਜੀ ਹਾਂ, info@radioindia.ca ਤੇ ਤੁਸੀਂ ਸਾਨੂੰ ਈਮੇਲ ਲਿਖ ਕੇ ਵੀ ਦੱਸ ਸਕਦੇ ਹੋ। ਜੇਕਰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ, ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸਪੈਸ਼ਲ ਪੈਕੇजेस ਲਾਏ ਹੋਏ ਆ ਜਿਸ ਵਿੱਚ ਤੁਹਾਡੇ ਬਜਟ ਦੇ ਵਿੱਚ ਹੀ ਅਸੀਂ ਤੁਹਾਡੇ ਲਈ ਪੈਕੇਜ ਬਣਾ ਕੇ ਦੇ ਦਿੰਦੇ ਆ। ਇਸ ਸੰਬੰਧੀ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਲੈਣਾ 6045929191 ਤੇ 6045929191 ਤੇ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।